ज्ञान ध्यान किस कर्म न जाना, सार न जाना तेरी। सब ते वड्डा सतगुरु नानक, जिन कल राखी मेरी। मैं मूर्ख की केतक बात है, कोट पराती तरिया रे। गुरु नानक जिन सुनिया पेखिया, से फिर गर्भास न परिया रे। एवें नहीं फरीद फरीद पुकार पैगी, एवें नहीं फरीद फरीद पुकार पैगी। फरीद रब रब पुकारदा है, जिवें फरीद ने रब नूं याद कीता, रब फरीद नूं वाजां मारदा है। जिवें फरीद ने रब नूं याद कीता, रब फरीद नूं वाजां मारदा है। तो जिन्नू याद करिए वह भी याद करता है। कौन सच्चे परवदिगार दा ऐ दीवानिया यार दी दीद बदले। रब बंदियां दा रूप तारदा है। मेरे निरंकार ने संतान दा रूप तारिया। 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 मेरे निरंकार ने रूप तारिया। मेरे निरंकार ने संतान दा रूप तारिया। मेरे निरंकार ने संतान दा रूप तारिया। मेरे निरंकार ने संतान दा रूप तारिया। 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 मेरे निरंकार ने 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 संतान दा रूप तारिया।
ਕਾ ਸੇਵਕ ਹਰੀ ਜਿਹਾ, ਭੇਦ ਨ ਜਾਣੋ ਮਨਸ ਤੇਹਾ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ, ਜਿੱਥੇ ਕਾਫੀ ਸਮੇਂ ਤੋਂ ਆਪਣੀ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਨੂੰ ਗੁਰ ਚਰਨਾਂ ਵਿੱਚ ਲਗਾ ਕੇ ਸਿਵਲੇ ਕਰਨ ਦੀ ਖੇਚਲ ਕਰ ਰਹੇ ਹੋ। ਉੱਥੇ ਰੱਬ ਵਰਗੇ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਯਾਦ 'ਚ ਬੈਠੇ ਹੋ। ਗੁਰੂ ਕੀ ਸੰਗਤ ਕੁਝ ਐਸੇ ਲੋਕ ਨੇ ਜਿਹੜੇ ਮਰ ਕੇ ਸਦਾ ਲਈ ਖਤਮ ਹੋ ਜਾਂਦੇ ਨੇ। ਸਾਰੀ ਦੁਨੀਆ ਹੀ ਮਰਦੀ ਹੈ, ਜੰਮਦੀ ਹੈ, ਮਰਦੀ ਮਰ ਕੇ ਚਲੀ ਜਾਂਦੀ ਹੈ। ਕੋਈ ਯਾਦ ਨਹੀਂ ਕਰਦਾ। ਕਬੀਰ ਜੀ ਨੇ ਕਿਹਾ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੁ ਮਿਲਿਓ ਹੈ ਜਿਆਵਨ ਹਾਰਾ। ਕੁਝ ਇਹੋ ਜਿਹੀਆਂ ਮਹਾਨ ਹਸਤੀਆਂ ਜਿਹੜੀਆਂ ਸੰਸਾਰ ਦੇ ਵਿੱਚ ਆ ਕੇ ਗੁਰੂ ਕੀ ਸੰਗਤ ਮਰਦੀਆਂ ਨਹੀਂ, ਸਗੋਂ ਜਨਮ ਮਰਨ ਵਿੱਚ ਆਇਆਂ ਦਾ ਜਨਮ ਕੱਟ ਕੇ ਸੱਚਖੰਡ ਨੂੰ ਚਲੀਆਂ ਜਾਂਦੀਆਂ ਨੇ। ਸੰਤ ਬਾਬਾ ਸੁਖਦੇਵ ਸਿੰਘ ਸ਼੍ਰੀਮਾਨ ਕਰਕੇ ਜਿਹੜੇ ਜਾਂਦੇ ਨੇ, ਜਾਣੇ ਜਾਂਦੇ ਨੇ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰਾਂ ਵਾਲੇ। ਉਹ ਜ਼ਮਾਨਾ ਵੇਖਣ ਵਾਲਾ ਸੀ। ਗੁਰੂ ਕੀ ਸੰਗਤ ਜਦੋਂ ਮਹਾਂਪੁਰਖ ਸੰਤ ਬਾਬਾ ਸ਼੍ਰੀਮਾਨ ਸੁਖਦੇਵ ਸਿੰਘ ਜੀ ਤਬਲਾਨ ਸਾਹਿਬ ਦੇ ਆਸ਼ਰਮ ਦੇ ਵਿੱਚ ਲੰਗਰਾਂ ਦੇ ਸ਼੍ਰੀਮਾਨ ਹੁੰਦੇ ਸਨ, ਇਸੇ ਕਰਕੇ ਉਹਨਾਂ ਦਾ ਨਾਂ ਸ਼੍ਰੀਮਾਨ ਕਰਕੇ ਜਾਣਿਆ ਜਾਂਦਾ। ਬੜੀ ਸੇਵਾ ਕੀਤੀ ਉਹਨਾਂ ਨੇ ਉੱਥੇ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ। ਮਾਫ ਕਰਨਾ ਗੁਰੂ ਕੀ ਸੰਗਤ ਸੇਵਾ ਕਰਕੇ ਬਚਨ ਮੰਨ ਕੇ ਗੁਰੂ ਕੀ ਸੰਗਤ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਵਿੱਚ ਕੋਈ ਫਰਕ ਨਹੀਂ। ਸੂਰਜ ਨਿਕਲਦਾ, ਉਹਦੀਆਂ ਕਿਰਨਾਂ ਵੀ ਨਾਲ ਨਿਕਲ ਪੈਂਦੀਆਂ ਨੇ। ਸੂਰਜ ਛਿਪ ਜਾਂਦਾ, ਉਹਦੀਆਂ ਕਿਰਨਾਂ ਵੀ ਨਾਲ ਹੀ ਅਲੋਪ ਹੋ ਜਾਂਦੀਆਂ। ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਵਿੱਚ ਕੋਈ ਫਰਕ ਨਹੀਂ, ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ, ਵੇਖਣ ਦਾ ਹੀ ਫਰਕ ਹੁੰਦਾ। ਸਮੁੰਦਰ ਵੀ ਦਾ ਪਾਣੀ ਵੀ ਪਾਣੀ ਹੈ, ਉਹਦੀਆਂ ਲਹਿਰਾਂ ਵੀ ਪਾਣੀ ਨੇ। ਜਿਵੇਂ ਚੰਦਨ ਤੇ ਚੰਦਨ ਦੀਆਂ ਬਣੀਆਂ ਲੱਕੜੀਆਂ ਵਿੱਚ ਕੋਈ ਫਰਕ ਨਹੀਂ ਹੁੰਦਾ। ਚੰਦਨ ਵੀ ਚੰਦਨ ਹੈ, ਚੰਦਨ ਤੋਂ ਬਣੀਆਂ ਚੀਜ਼ਾਂ ਵੀ ਚੰਦਨ ਹਨ। ਜਿਵੇਂ ਮਾਫ ਕਰਨਾ ਗੁਰੂ ਕੀ ਸੰਗਤ ਲੱਕੜੀ ਤੇ ਲੱਕੜੀ ਤੋਂ ਬਣੀਆਂ ਚੀਜ਼ਾਂ 'ਚ ਕੋਈ ਫਰਕ ਨਹੀਂ ਹੁੰਦਾ, ਵੇਖਣ ਦਾ ਹੀ ਫਰਕ ਹੁੰਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਤਾਂ ਫੈਸਲਾ ਦੇ ਦਿੱਤਾ, ਹਰ ਮਾਫ ਕਰਨਾ ਗੁਰੂ ਕੀ ਸੰਗਤ ਹਰ ਹਰ ਦੋ ਜਨ ਏਕ ਹੈ, ਬਿੰਬ ਵਿਚਾਰ ਕਿਛ ਨਾਹੀ, ਜਲਤ ਉਪਜ ਤਰੰਗ ਜੂ ਜਲ ਹੀ ਵਿਖੇ ਸਮਾਹੇ। ਗੁਰੂ ਕੀ ਸੰਗਤ ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਤੋਂ ਪੈਦਾ ਹੋ ਕੇ ਪਾਣੀ ਦੇ ਵਿੱਚ ਲੈ ਹੋ ਜਾਂਦੀਆਂ ਨੇ। ਸੰਤ ਬਾਬਾ ਈਸ਼ਰ ਸਿੰਘ ਗੁਰੂ ਕੀ ਸੰਗਤ ਜਿਵੇਂ ਚੰਦਨ ਤੇ ਚੰਦਨ ਦੀਆਂ ਬਣੀਆਂ ਲੱਕੜੀਆਂ 'ਚ ਕੋਈ ਫਰਕ ਨਹੀਂ ਹੁੰਦਾ। ਸੋਨਾ ਤੇ ਸੋਨੇ ਦੇ ਗਹਿਣੇ 'ਚ ਕੋਈ ਫਰਕ ਨਹੀਂ ਹੁੰਦਾ। ਬੰਤਰ ਦਾ ਫਰਕ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਉਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਸੀ। ਵੇਖਣ ਵਾਲਾ ਵੇਖਣ ਦਾ ਹੀ ਫਰਕ ਸੀ। ਖਾਲਸਾ ਜੀ ਉਹ ਸੰਤ ਨਹੀਂ ਸਨ, ਲੱਖਾਂ ਨੂੰ ਸੰਤ ਬਣਾ ਗਏ। ਜਿਹਨੂੰ ਉਹਨਾਂ ਦੀ ਸੰਗਤ ਮਿਲੀ ਨਾ, ਮਾਫ ਕਰਨਾ ਜਿਵੇਂ ਜਿਵੇਂ ਪਾਰਸ ਨੂੰ ਜਿਹੜੀਆਂ ਧਾਤਾਂ ਦੀ ਛੂਹ ਪ੍ਰਾਪਤ ਹੋ ਜਾਂਦੀ ਹੈ, 8 ਧਾਤਾਂ ਨੂੰ ਪਾਰਸ ਸੋਨਾ ਬਣਾ ਕੇ ਰੱਖ ਦਿੰਦਾ ਹੈ। ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਸ਼ਰਨ, ਉਹਨਾਂ ਦੀ ਸੰਗਤ ਜਿਹਨੂੰ ਮਿਲ ਗਈ, ਉਹ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦਾ ਹੀਰੋ ਬਣ ਗਿਆ। ਸੰਤ ਬਾਬਾ ਸ਼੍ਰੀਮਾਨ ਜੀ ਸੁਖਦੇਵ ਸਿੰਘ ਜੀ ਮਾਫ ਕਰਨਾ ਸੰਤ ਮਾਰ ਦੇ ਜਾਣ ਤੋਂ ਬਾਅਦ ਅੱਜ ਕੱਲ ਤਾਂ ਬਥੇਰੇ ਅੱਖਾਂ ਦੇ ਵਿੱਚ ਹੰਝੂ ਵਹਾ ਕੇ ਕਹਿ ਦੇਣਗੇ ਕਿ ਇਹ ਬੜਾ ਬਰਾਗੀ ਹੈ, ਫਲਾਣਾ ਤੇ। ਪਰ ਬਰਾਗ ਦੇਖਿਆ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਹੋਰਾਂ ਵਿੱਚ। ਉਸ ਜ਼ਮਾਨੇ ਵਿੱਚ ਦੈਟ ਟਾਈਮ ਦਾਸ ਮੋਦੀ ਕੋਲ ਪਟਿਆਲੇ ਵਿੱਚ ਪੜ੍ਹਦਾ ਸੀ। ਮਹਾਂਪੁਰਖਾਂ ਦੀ ਬੜੀ ਸੰਗਤ ਕੀਤੀ। ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਜਦੋਂ ਮਹਾਂਪੁਰਖ ਗੁਰੂ ਕੀ ਸੰਗਤ ਸੱਚਖੰਡ ਚਲੇ ਗਏ, ਮੇਰੇ ਕੋਲ ਦਾਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਬਚਨ ਕਹਿਣ ਤੋਂ ਕੋਈ ਸੰਕੋਚ ਨਹੀਂ ਕਰੇਗਾ। ਮੇਰੇ ਕੋਲ ਕੋਈ ਚਾਰਾ ਨਹੀਂ ਸੀ, ਮੇਰੇ ਕੋਲ ਇੱਕ ਚਾਰਾ ਸੀ।
ਉਹ ਸਿਰਫ ਤੇ ਸਿਰਫ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ ਪਾਸ ਜਾਣਾ, ਉਹਨਾਂ ਨੇ ਦਿਲ ਦੀ ਗੱਲ ਕਰਨੀ, ਮਾਫ ਕਰਨਾ। ਗੁਰੂ ਕੀ ਸੰਗਤ ਦਾਸ ਆਪਣੇ ਪਿੰਡ ਵੀ ਲੈ ਕੇ ਗਿਆ, ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਕਰਵਾਇਆ। ਇੱਕ ਦਿਨ ਮੈਨੂੰ ਕਹਿੰਦੇ ਮਾਨ ਸਿੰਘ ਇੱਥੇ ਵੈਸੇ ਜਿੱਥੇ ਜ਼ਿਆਦਾ ਦੁਬਦਾ ਦਵੈਸ਼ ਹੋਵੇ ਸਾਧੂ ਉੱਥੇ ਰਹਿੰਦਾ ਨਹੀਂ, ਇੱਕ ਵਾਰੀ ਕਹਿ ਦਿਓ ਵੈਰ। ਇਹ ਸੰਤ ਬਾਬਾ ਲਸ਼ਕਰ ਸਿੰਘ ਜੀ ਬੈਠੇ ਨੇ, ਤੁਹਾਡੇ ਇਲਾਕੇ ਦੇ ਕਰਮ ਚੰਗੇ ਨੇ, ਕੀ ਦੇ ਦੋਗੇ ਤੁਸੀਂ ਮਹਾਂਪੁਰਖਾਂ ਨੂੰ? 4 ਪੈਸੇ ਦੇ ਦੋਗੇ, 4 ਕਿਲੋ ਦਾਣੇ ਦੇ ਦੋਗੇ। ਮਾਫ ਕਰਨਾ, ਗੁਰੂ ਕੀ ਸੰਗਤ ਤੇ ਮਹਾਂਪੁਰਖਾਂ ਨੇ ਤੁਹਾਨੂੰ 1 ਸਕਿੰਟ ਜੀ ਸਭ ਕੁਝ ਦੇ ਦੇਣਾ। ਜਦੋਂ ਤੁਹਾਡੀ ਅਰਦਾਸ ਕਰਨੀ ਨੇ, ਗਰੀਬ ਨਵਾਜ਼ ਕਰੋ ਕਿਰਪਾ, ਨਗਰ ਵਿੱਚ, ਇਲਾਕੇ ਵਿੱਚ, ਦੇਸ਼ ਵਿੱਚ ਸੁਖ ਵਰਤਾਓ ਤੇ ਸੰਗਤਾਂ ਦੀ ਚੜ੍ਹਦੀਆਂ ਕਲਾ ਰਹਿਣ। ਉਹਨਾਂ ਨੇ ਤਾਂ 1 ਸ਼ਬਦ ਜੀ ਸਭ ਕੁਝ ਦੇ ਦੇਣਾ। ਸੰਤ ਬਾਬਾ ਸੁਖਦੇਵ ਸਿੰਘ ਜੀ ਜਦੋਂ ਇੱਥੋਂ ਧਮਲਾਨ ਸਾਹਿਬ ਤੋਂ ਮਾਫ ਕਰਨਾ ਲਾਹੌਰਾ ਸਾਹਿਬ ਆਏ ਨੇ, ਇਸ ਧਰਤੀ ਨੂੰ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਆਏ ਕਹਿੰਦੇ ਕੋਈ ਸਮਾਂ ਦੂਰ ਹੋ ਚਲੀਏ, ਪੱਲੇ ਖਰਚ ਨਾ ਬੰਦੇ ਪੰਛੀ ਤੇ ਦਰਵੇਸ਼ ਤਬਕਾ, ਜਿਨ੍ਹਾਂ ਨੂੰ ਰੱਬ ਦਾ ਰਿਜ਼ਕ ਉਹਨਾਂ ਨੂੰ ਹਮੇਸ਼। ਮਾਫ ਕਰਨਾ ਗੁਰੂ ਕੀ ਸੰਗਤ, ਵੈਸੇ ਤਾਂ ਅਸੀਂ ਜਣੇ ਖਣੇ ਨੂੰ ਬ੍ਰਹਮ ਗਿਆਨੀ ਕਹਿ ਦਿੰਦੇ ਆ, ਪਰ ਇਹਦੇ ਵਿੱਚ ਕੋਈ ਖਾਸ ਮਾਫ ਕਰਨਾ ਗੁਰੂ ਕੀ ਸੰਗਤ ਕੋਈ ਨੁਕਤਾ ਚੀਨੀ ਵਾਲੀ ਗੱਲ ਨਹੀਂ। ਮਾਫ ਕਰਨਾ ਗੁਰੂ ਕੀ ਸੰਗਤ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਤਾਂ ਹੈ ਹੀ ਰੱਬ ਸਨ। ਇਹਨਾਂ ਤੋਂ ਬਾਅਦ ਜੇ ਮੈਂ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕੀਤੇ ਨੇ ਤੇ ਸੰਤ ਬਾਬਾ ਸੁਖਦੇਵ ਸਿੰਘ ਲਾਹੌਰਾ ਵਾਲਿਆਂ ਦੇ ਕੀਤੇ ਨੇ ਖਾਲਸਾ ਜੀ। ਉਹਨਾਂ ਦੀ ਇੰਨੀ ਕਮਾਈ ਸੀ, ਸਾਡੀ ਵੇਖ ਲਓ ਕਿੰਨੀ ਕੁ ਕਮਾਈ ਹੈ। ਸਾਡੀ ਕਮਾਈ ਦਾ ਤਾਂ ਸਾਡੇ ਜਾਣ ਤੋਂ ਬਾਅਦ ਪਤਾ ਲੱਗਣਾ। ਇੱਕ ਵਾਰੀ ਕਹਿ ਦੇ ਵੈਰੂ, ਇੱਕ ਹੁੰਦਾ ਪੁੱਤਰ, ਇੱਕ ਹੁੰਦਾ ਸੁਪੁੱਤਰ, ਇੱਕ ਹੁੰਦਾ ਕਪੁੱਤਰ। ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਪਿਓ ਦੀ ਬੜਾਈ ਜਾਇਦਾਦ ਨੂੰ ਨਾ ਵਧਾਵੇ ਤੇ ਨਾ ਘਟਾਵੇ। ਸੁਪੁੱਤਰ ਉਹਨੂੰ ਕਹਿ ਦਿੰਦੇ ਨੇ ਕਿ ਜਿਹੜਾ ਕਿ ਪਿਓ ਦੀ ਬਣਾਈ ਜਾਇਦਾਦ ਨੂੰ 100 ਗੁਣਾ ਵਧਾ ਦੇਵੇ। ਤੇ ਕਪੁੱਤਰ ਉਹਨੂੰ ਕਹਿ ਦਿੰਦੇ ਨੇ ਜਿਹੜਾ ਪਿਓ ਦੀ ਬਣੀ ਬਣਾਈ ਗੁਰੂ ਕੀ ਸੰਗਤ ਮਿੱਟੀ 'ਚ ਮਿਲਾ ਕੇ ਖਾ ਕਰਕੇ ਰੱਖ ਦੇਵੇ। ਸੰਤ ਬਾਬਾ ਸੁਖਦੇਵ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਸੁਪੁੱਤਰ ਸਨ। ਬੜੀ ਕਮਾਈ ਸੀ ਉਹਨਾਂ ਦੀ। ਥੋੜੇ ਸਮੇਂ ਦੇ ਵਿੱਚ ਉੱਥੇ ਬੜੇ ਰੰਗ ਵਰਤੇ। ਇਹਨਾਂ ਦਿਨਾਂ ਵਿੱਚ ਮੈਂ ਨਹੀਂ ਕਿਸੇ ਬਾਰੇ ਕੁਝ ਕਹਿਣਾ ਚਾਹੁੰਦਾ ਤੇ ਨਾ ਮੈਨੂੰ ਕੋਈ ਗੁਰੂ ਕੀ ਸੰਗਤ ਕਿਸੇ ਦੀ ਨਿੰਦਾ ਕਰਨ ਦਾ ਸੁਭਾਅ ਹੈ। ਅੱਜ ਕੱਲ ਤੇ ਕਹੀ ਜਾਂਦੇ ਘਰ ਘਰ ਹੀ ਸੰਤ ਹੋ ਗਏ। ਸਾਨੂੰ ਸੰਤਾਂ ਤੋਂ ਤਾਂ ਅਲਰਜੀ ਹੋ ਗਈ। ਕਦੀ ਇਹ ਵੀ ਆਖ ਦਿਆ ਕਰੋ ਵੀ ਘਰ ਘਰ ਹੀ ਲੋਕ ਭੁੱਕੀ ਖਾਣ ਲੱਗ ਗਏ, ਘਰ ਘਰ ਵੀ ਸ਼ਰਾਬਾਂ ਪੀਣ ਲੱਗ ਗਏ, ਘਰ ਘਰ ਹੀ ਲੋਕ ਦਾੜੀਆਂ ਕੇਸ ਕਤਲ ਕਰਾਉਣ ਲੱਗ ਪਏ, ਘਰ ਘਰ ਹੀ ਲੋਕ ਅਫੀਮ ਖਾਣ ਲੱਗ ਗਏ, ਸ਼ਰਾਬਾਂ ਪੀਣ ਲੱਗ ਗਏ, ਘਰ ਘਰ ਹੀ। ਮਾਫ ਕਰਨਾ ਗੁਰੂ ਕੀ ਸੰਗਤ ਕਹਿਣਗੇ ਵੀ ਅੱਜ ਕੱਲ ਤਾਂ ਇਹ ਤਾਂ ਗੱਲਾਂ ਕਹਿ ਦੇਣਗੇ ਵੀ ਘਰ ਘਰ ਹੀ ਸੰਤ ਹੋ ਗਏ। ਸੰਤ ਕੋਈ ਮਾਫ ਕਰਨਾ ਗੁਰੂ ਕੀ ਸੰਗਤ ਸੰਤ ਬਣਨ ਲੱਗਿਆ ਜ਼ਿੰਦਗੀ ਲੱਗ ਜਾਂਦੀ। ਇੱਕ ਜ਼ਿੰਦਗੀ ਵੀ ਤਾਂ ਕੀ ਕਈ ਜ਼ਿੰਦਗੀਆਂ ਲੱਗ ਜਾਂਦੀਆਂ ਨੇ। ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਪਿਤਾ, ਬਾਕੀ ਦਾ ਵਿਚਾਰਾ ਆਪਾਂ ਕੱਲ ਨੂੰ ਕਰਾਂਗੇ। ਅੱਜ ਸੱਚ ਕਰਕੇ ਜਾਣਿਓ। ਮਾਫ ਕਰਨਾ ਸਾਧ ਸੰਗਤ ਜੀ, ਮੇਰੀ ਸਿਹਤ ਬਹੁਤ ਢਿੱਲੀ ਸੀ। ਰਾਤ ਪ੍ਰੋਗਰਾਮ ਬਣਾਇਆ ਗਿਆ, ਵੈਸੇ ਸੰਤ ਢਿੱਲਾ ਨਹੀਂ ਹੁੰਦਾ, ਇਹ ਗੱਡੀ ਹੈ ਤੇ ਢਿੱਲੀ ਹੋ ਜਾਂਦੀ ਹੈ, ਕਦੀ ਪੈਂਚਰ ਵੀ ਹੋ ਜਾਂਦੀ ਹੈ, ਕਦੀ ਪੜਾਕਾ ਵੀ ਮਾਰ ਜਾਂਦੀ ਹੈ, ਸਭ ਕੁਝ ਹੋ ਜਾਂਦਾ। ਰਾਜ ਸਿੰਘਾਂ ਦਾ ਪ੍ਰੋਗਰਾਮ ਕਿਹਾ ਵੀ 5 ਵਜੇ ਚੱਲਾਂਗੇ ਤੇ ਆਪਾਂ ਕੋਈ 10 ਵਜੇ ਉੱਥੇ ਪਹੁੰਚ ਜਾਣਾ ਆਪਾਂ ਬਿਲਾਸਪੁਰ ਦੇ ਇਲਾਕੇ 'ਚ। ਉਹ ਖੈਰ ਉਸ ਸਮੇਂ ਰਸ਼ ਨਹੀਂ ਹੁੰਦਾ। ਪਰ ਮਾਫ ਕਰਨਾ ਗੁਰੂ ਕੀ ਸੰਗਤ ਸਵੇਰੇ ਫੈਸਲਾ ਕੀਤਾ ਕਿ ਅਸੀਂ ਕਿਤੇ ਨਾ ਜਾਓ ਨਾ ਜਾਓ। ਮੈਂ ਕਿਹਾ ਨਹੀਂ, ਮੈਂ ਜਾਣਾ ਜ਼ਰੂਰ ਹੈ, ਮੈਂ ਜਾਣਾ ਜ਼ਰੂਰ ਹੈ, ਭਾਵੇਂ ਕੁਛ ਵੀ ਹੋ ਜਾਏ। ਤੁਸੀਂ ਵੇਟ ਕਰੋ ਘੰਟਾ 2 ਘੰਟੇ, ਕੋਈ ਗੱਲ ਨਹੀਂ, ਗੁਰੂ ਨਾਨਕ ਕਿਰਪਾ ਕਰੂਗਾ। 7 ਵਜੇ ਮੈਂ ਕਿਹਾ ਪਾਣੀ ਭਰੋ ਚੱਲੀਏ। ਪਾਣੀ ਭਰੋ ਚੱਲੀਏ, ਇਸ਼ਨਾਨ ਕੀਤਾ, ਉੱਥੋਂ ਚੱਲ ਕੇ ਗੱਡੀ 'ਚ ਬੈਠੇ, ਜਲ ਪਾਣੀ ਵੀ ਨਹੀਂ ਛਕਿਆ। ਤੇ ਮਾਫ ਕਰਨਾ ਗੁਰੂ ਕੀ ਸੰਗਤ ਕਹਿੰਦੇ ਬਾਬਾ ਜੀ ਹੁਣ ਤਾਂ ਰਸ਼। ਮੈਂ ਰਾਜ ਦੀ ਕਿਹੜੀ ਗੱਲ ਹੈ, ਟਰੱਕਾਂ ਵਾਲਿਆਂ ਨੇ ਪਿੱਛੇ ਲਿਖ ਕੇ ਲਾਇਆ ਪੁੱਤ ਖਿੱਚੀ ਆ। ਮਾਫ ਕਰਨਾ ਗੁਰੂ ਕੀ ਸੰਗਤ 115-20 ਤੋਂ ਘੱਟਦਾ ਸੀ। ਤੁਹਾਡੀਆਂ ਸੜਕਾਂ ਤੇ ਵੀ ਅਸੀਂ 100 ਤੋਂ ਘੱਟ ਨਹੀਂ ਚੱਲਦੇ। ਪਰ ਸਾਧ ਸੰਗਤ ਦੀ ਪਿਆਰ ਨੂੰ ਪਿਆਰ ਦੀ ਖਿੱਚ ਹੁੰਦੀ ਹੈ। ਮਹਾਂਪੁਰਖਾਂ ਦੇ ਪਿਆਰ ਦੇ ਵਧੇ ਆਏ ਆ।
ਇਹ ਤੁਹਾਡੇ ਕੋਲ ਲੱਗਾ ਕਿ ਚੰਦਨ ਦਾ ਬੂਟਾ, ਇਹ ਤੋਂ ਫਾਇਦਾ ਉਠਾਇਓ ਜੀ, ਇਸ ਤੋਂ ਫਾਇਦਾ ਉਠਾਇਓ ਜੀ। ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ 50 ਸਾਲ ਦੀ ਉਮਰ ਉਹਨਾਂ ਦੇ ਪਿਤਾ ਬਾਬਾ ਰਾਮ ਸਿੰਘ ਜੀ ਉਹਨਾਂ ਨੂੰ ਮਿਲਣ ਵਾਸਤੇ, ਮਾਫ ਕਰਨਾ, ਗੁਰੂ ਕੀ ਸੰਗਤ ਰਾੜਾ ਸਾਹਿਬ ਪੁੱਜੇ। ਜਦੋਂ ਮਿਲਣ ਵਾਸਤੇ ਗਏ ਤਾਂ ਦਰਸ਼ਨ ਤੇ ਕਿਸੇ ਕਿਸੇ ਨਹੀਂ ਹੁੰਦੇ ਸਨ। ਸੰਤ ਮਾਰ ਉਹਨੀ ਦਿਨੀ ਚਬਾਰੇ ਚ ਰਹਿੰਦੇ ਸੀ, ਭੋਰਾ ਸਾਹਿਬ ਤਾਂ ਬਾਅਦ ਚ ਬਣੇ। ਸੇਵਾਦਾਰ ਨੇ ਜਾ ਕੇ ਸੰਤ ਮਾਰ ਨੂੰ ਬੇਨਤੀ ਕੀਤੀ, ਬਾਬਾ ਜੀ ਆਏ ਨੇ, ਬਾਬਾ ਜੀ ਆਏ ਨੇ। ਸਮਝ ਗਏ ਬਾਬਾ ਜੀ, ਕਹਿੰਦੇ ਚੰਗਾ ਫਿਰ ਆਉਣ ਦਿਓ। ਉਹ ਗੁਰੂ ਕੀ ਸੰਗਤ ਕਹਿੰਦੇ ਆਉਣ ਦਿਓ। ਬਾਬਾ ਰਾਮ ਸਿੰਘ ਜੀ ਸੰਤ ਮਾਰ ਦੇ ਕੋਲ ਪਿਤਾ ਪੁੱਤਰ ਦੀ ਕੈਸੀ ਮੁਲਾਕਾਤ ਸੀ। ਇਹ ਨਹੀਂ ਹੈ ਕਿ ਸੰਤ ਬਣ ਗਿਆ ਤੇ ਭਰਾ ਦੇ ਨਿਆਣੇ ਵਿਆਹ ਤੇ, ਸੰਤ ਬਣ ਗਿਆ ਤੇ ਭਰਾਵਾਂ ਨੇ ਕੋਠੀਆਂ ਪਾਤੀਆਂ, ਸੰਤ ਬਣ ਗਿਆ ਤੇ ਮਾਫ ਕਰਨਾ ਪਰਿਵਾਰ ਨੂੰ ਪਾਲਣ ਲੱਗ ਗਿਆ। ਇਹਦਾ ਨਾਂ ਸੰਤ ਨਹੀਂ ਹੈ। ਮਾਫ ਕਰਨਾ ਗੁਰੂ ਕੀ ਸੰਗਤ ਸਾਧ ਨਾਮ ਨਿਰਮਲ ਤਾਕੇ ਕਰਮ। ਆਮ ਮਹਾਂਪੁਰਖ ਕਿੰਨੀ ਮਿਹਨਤ ਕਰਕੇ ਇਲਾਕੇ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਕਿੰਨਾ ਪਿਆਰਾ ਗੁਰੂ ਘਰ ਬਣਾਇਆ। ਇਹ ਤੁਹਾਡੇ ਵਾਸਤੇ ਬਣਾਇਆ ਨਾ, ਜਾਂਦੀ ਵੀ ਚੁੱਕ ਕੇ ਥੋੜਾ ਲੈ ਜਾਣ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇਹ ਤੁਹਾਡੇ ਵਾਸਤੇ ਬਣਾਇਆ, ਤੁਹਾਡੇ ਵਾਸਤੇ। ਤੇ ਉਹ ਬਾਬਾ ਰਾਮ ਸਿੰਘ ਜੀ ਦੇ ਨਾਲ ਜਦੋਂ ਬਾਬਾ ਜੀ ਦੀ ਮੁਲਾਕਾਤ ਹੋਈ, ਗੱਲਬਾਤ ਚੱਲੀ, ਪੌਣੇ ਘੰਟੇ ਦੇ ਬਾਅਦ ਬਾਬਾ ਰਾਮ ਸਿੰਘ ਜੀ ਚਬਾਰੇ ਤੋਂ ਥੱਲੇ ਉਤਰੇ। ਬਾਬਾ ਰਾਮ ਸਿੰਘ ਦੇ ਦੋਵੇਂ ਨੇਤਰ ਹੰਝੂਆਂ ਨਾਲ ਭਰੇ ਹੋਏ ਸਨ। ਅੱਗੇ ਬੇਅੰਤ ਸੰਗਤਾਂ ਖੜੀਆਂ ਸਨ ਕਿ ਸੰਤ ਮਾਤ ਜੀ ਦੇ ਪਿਤਾ ਆਏ ਨੇ, ਤੇ ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਤੁਹਾਡੀਆਂ ਅੱਖਾਂ 'ਚ ਹੰਝੂ ਕਿਉਂ ਨੇ? ਮਾਫ ਕਰਨਾ ਗੁਰੂ ਕੀ ਸੰਗਤ, ਹੰਝੂ ਕਿਉਂ ਨੇ? ਬਾਬਾ ਰਾਮ ਸਿੰਘ ਨੂੰ ਆਖਿਆ, ਮਹਾਰਾਜ ਤੁਹਾਡਾ ਮੁੰਡਾ ਤਾਂ ਸੰਤ ਬਣ ਗਿਆ, ਸੰਤ ਬਣ ਗਿਆ। ਤੇ ਬਾਬਾ ਰਾਮ ਸਿੰਘ ਜੀ ਦੇ ਬਚਨ ਸੀ, ਕਹਿੰਦੇ ਸੰਤ ਤਾਂ ਬਣ ਗਿਆ ਪਰ ਅੱਧਾ ਸੰਤ ਬਣਿਆ। ਇੱਕ ਵਾਰੀ ਕਹਿ ਦਿਓ ਅੱਧਾ ਸੰਤ ਬਣਿਆ। ਜਦੋਂ ਸੰਤ ਬਣੂਗਾ ਦੁਨੀਆ ਦੇਖੂਗੀ ਇਹਨੂੰ, ਅਜੇ ਅੱਧਾ ਸੰਤ ਬਣਿਆ। ਪਰ ਮਾਫ ਕਰਨਾ ਗੁਰੂ ਕੀ ਸੰਗਤ ਅਮੀਰ ਘਰਾਣਾ ਆਲੋਵਾਲ ਦਾ ਪਿੰਡ ਰਾੜੇ ਦੇ ਪਟਿਆਲੇ ਦੇ ਨੇੜੇ ਲੱਗਦਾ, 9-10 ਕਿਲੋਮੀਟਰ ਦੀ ਦੂਰੀ ਤੇ ਇਹ ਕਸਬਾ। ਮਹਾਂਪੁਰਖਾਂ ਨੇ ਜਿੱਥੇ ਅਵਤਾਰ ਧਾਰਨ ਕੀਤਾ। ਪਰ ਆ ਝਾਤੀ ਮਾਰ ਕੇ ਵੇਖ ਲਓ, ਇੱਕ ਵਾਰੀ ਸੰਤ ਮਹਾਰਾਜ ਜਦੋਂ ਆਪਣੇ ਘਰੋਂ ਚਰਨ ਕੱਢਿਆ ਨਾ ਬਾਹਰ, ਵੱਡੇ ਮਹਾਂਪੁਰਖਾਂ ਨੇ 40 ਸਾਲ ਆਪਣੇ ਪਿੰਡ ਦੇ ਵਿੱਚ ਮੁੜ ਕੇ ਚਰਨ ਨਹੀਂ ਪਾਏ। ਕਹਿੰਦੇ ਰਹੇ ਪਿੰਡ ਵਾਲੇ, ਪਰਿਵਾਰ ਵਾਲੇ ਕਹਿੰਦੇ ਰਹੇ, ਉਹ ਤੁਸੀਂ ਨਾਮ ਜਪੋ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਤੁਸੀਂ ਸਿਮਰਨ ਕਰੋ, ਫਿਰ ਕਹਿ ਦਿਓ ਵਾਹਿਗੁਰੂ। ਮਾਫ ਕਰਨਾ, ਸਾਡੇ ਜ਼ਮੀਨਾਂ ਦੇ ਵਿੱਚ ਅਸੀਂ ਕਿੰਨੀਆਂ ਮਿਹਨਤਾਂ ਕਰਦੇ ਹਾਂ, ਸਾਨੂੰ ਪਤਾ ਵੀ ਮਿਹਨਤ ਨਾ ਕੀਤੀ ਤੇ ਜ਼ਮੀਨ ਨੇ ਕੁਝ ਨਹੀਂ ਦੇਣਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਕੁਝ ਨਹੀਂ ਦੇਣਾ। ਜ਼ਮੀਨ ਹੱਕ ਨਹੀਂ ਰੱਖਦੀ। ਚੰਗੀ ਵਾਹ ਕੇ ਬਣਾ ਕੇ ਫਸਲ ਬੀਜੀ ਜਾਏ, ਸਮੇਂ ਸਿਰ ਖਾਦ ਪਾਤੀ ਜਾਏ, ਜ਼ਮੀਨ ਵੱਧ ਹੋਵੇ, ਜ਼ਮੀਨ ਦਾ ਝਾੜ ਵੱਧ ਜਾਂਦਾ। ਮੱਝਾਂ ਗਊਆਂ ਆਪਣਾ ਹੱਕ ਨਹੀਂ ਰੱਖਦੀਆਂ। ਸਾਧ ਸੰਗਤ ਜੀ ਚੰਗੇ ਪੱਠੇ ਪਾਤੇ ਜਾਣ, ਖੜਾ ਵਡੇਵੇਂ ਪਾਤੇ ਜਾਣ, ਮੱਝਾਂ ਗਊਆਂ ਨੂੰ ਸਮੇਂ ਸਿਰ ਪਾਣੀ ਦਿਖਾਤਾ ਜਾਵੇ, ਨਲਾ ਧਰਾ ਦਿੱਤਾ ਜਾਵੇ, ਮੱਝਾਂ ਗਊਆਂ ਦਾ ਦੁੱਧ ਵੱਧ ਜਾਂਦਾ ਹੈ। ਮੱਝਾਂ ਆਪਣਾ ਹੱਕ ਨਹੀਂ ਰੱਖਦੀਆਂ, ਪਸ਼ੂ ਨੇ। ਦਰਖਤ ਆਪਣਾ ਹੱਕ ਨਹੀਂ ਰੱਖਦੇ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਦਰਖਤ ਆਪਣਾ ਹੱਕ ਨਹੀਂ ਰੱਖਦੇ। ਫਲਦਾਰ ਬੂਟੇ ਵੇਖੋ, ਚੰਗੀ ਗੜਾਈ ਕਰ ਦਿੱਤੀ ਜਾਏ, ਸਮੇਂ ਸਿਰ ਪਾਣੀ ਦਿੱਤਾ ਜਾਏ, ਰੇ ਖਾਦ ਪਾਤੀ ਜਾਏ, ਫਲਦਾਰ ਬੂਟਿਆਂ ਦੇ ਫਲ ਮੋਟੇ ਹੋ ਜਾਂਦੇ ਨੇ। ਦਰਖਤ ਆਪਣਾ ਹੱਕ ਨਹੀਂ ਰੱਖਦੇ। ਮੱਝਾਂ ਗਊਆਂ ਆਪਣਾ ਹੱਕ ਨਹੀਂ ਰੱਖਦੀਆਂ। ਜ਼ਮੀਨ ਆਪਣਾ ਹੱਕ ਨਹੀਂ ਰੱਖਦੀ। ਤੇ ਸਮਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਲਾ ਕੇ ਵੇਖ, ਭਜਨ ਕਰਕੇ ਵੇਖ, ਉਹ ਗੁਰੂ ਨਾਨਕ ਵੀ ਤੇਰਾ ਹੱਕ ਨਹੀਂ ਰੱਖੂਗਾ। ਖਾਲਸਾ ਜੀ ਇੱਕ ਵਾਰੀ ਕਹਿ ਦੇ ਵਾਹਿਗੁਰੂ। ਜੇ ਅਸੀਂ ਗੁਰੂ ਘਰ ਜਾਣਾ ਹੋਵੇ, ਸਮਾਂ ਹੀ ਨਹੀਂ ਲੱਗਦਾ ਜੀ। ਮਾਫ ਕਰਨਾ, ਕੰਮ ਹੀ ਨਹੀਂ ਛੱਡਦੇ।
ਸਮਾਂ ਨਹੀਂ ਲੱਗਦਾ, ਸਮਾਂ ਤੇ ਕੱਢਣਾ ਪੈਣਾ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਤੇ ਜਿੰਨੇ ਗੁਰੂ ਨਾਨਕ ਦਾ ਨਾਮ ਨਹੀਂ ਜਪਣਾ ਤੇ ਉਹਨੇ ਗੁਰੂ ਨਾਨਕ ਦੇ ਘਰੋਂ ਲੈਣਾ ਵੀ ਕੀ ਹੈ। ਮੁੱਕਰੀ ਗੱਲ ਕੀ, ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਤੋਂ ਬਰੋਸਾਏ, ਸੰਤ ਬਾਬਾ ਸੁਖਦੇਵ ਸਿੰਘ ਲਾਹੌਰਾਂ ਵਾਲੇ, ਜਿਨ੍ਹਾਂ ਦੀ ਪਾਵਨ ਪਵਿੱਤਰ ਯਾਦ ਤੁਸੀਂ ਮਨਾ ਰਹੇ ਹੋ। ਸੰਤ ਮਹਾਰਾਜ ਜੋ ਸੱਚਖੰਡ ਚਲੇ ਗਏ ਨਾ, ਅਸੀਂ ਇੱਕ ਵਾਰੀ ਪਟਿਆਲੇ ਇਕੱਠੇ ਹੋਏ ਸੀ, ਕਾਫੀ ਸੰਪਰਦਾ ਦੇ ਸਾਧੂ ਇਕੱਠੇ ਹੋਏ ਸਨ। ਸੰਤ ਮਿਲੇ ਕੋਈ ਸੁਣੀਏ, ਕਹੀਏ ਮਿਲੇ ਅਸੰਤ ਮਸਤ ਕਰ ਰਹੀਏ। ਜੇ ਕੋਈ ਸੰਤ ਮਿਲਦਾ ਤੇ ਸੰਤ ਕੋਲੋਂ ਕੋਈ ਰੱਬ ਦੀ ਗੱਲ ਸੁਣੋ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਤੇ ਕੋਈ ਮਨਮੁਖ ਮਿਲਦਾ ਤੇ ਚੁੱਪ ਕਰ ਜਾਓ, ਮਸਤ ਰਹੋ, ਬੋਲਣ ਦਾ ਫਾਇਦਾ ਹੀ ਕੋਈ ਨਹੀਂ। ਗੱਲ ਚੱਲਦੇ ਗੱਲ ਚੱਲ ਪਈ ਸਾਰੇ ਮਹਾਂਪੁਰਖਾਂ ਦੇ ਵਿੱਚ। ਦਾਸ ਵੀ ਇਹਨਾਂ ਸਾਰਿਆਂ ਦੇ ਵਿੱਚ ਬੈਠਿਆ ਸੀ, ਕਹਿਣ ਲੱਗੇ ਵੀ ਮਹਾਂਪੁਰਖਾਂ ਦੇ ਜਾਣ ਤੋਂ ਬਾਅਦ ਸਾਨੂੰ ਆਪਸ ਵਿੱਚ ਭੈਣ ਭਰਾ, ਸਾਨੂੰ ਆਪਸ ਗੁਰੂ ਭਾਈਆਂ ਨੂੰ ਮਿਲਣਾ ਚਾਹੀਦਾ। ਕਹਿੰਦੇ ਗੁਰੂ ਪੀਰਾਂ ਦੇ ਵਿਛੋੜੇ ਚੱਲੇ ਜਾਂਦੇ ਨੇ, ਦੁੱਖ ਘਟ ਜਾਂਦੇ ਨੇ। ਦਾਸ ਕਹਿੰਦੇ ਫਿਰ ਸਾਨੂੰ ਮਿਲ ਕੇ ਕੁਝ ਵਿਚਾਰ ਕਰਨੀ ਚਾਹੀਦੀ, ਨਾਮ ਕਿਵੇਂ ਜਪਣਾ, ਭਜਨ ਕਿਵੇਂ ਕਰਨਾ। ਇਹ ਆਪਣੇ ਆਪਣੇ ਮਨ ਦੀ ਗੱਲ ਹੈ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਇੱਕ ਵਾਰੀ ਫੇਰ ਕਹਿ ਦੇ ਵਾਹਿਗੁਰੂ, ਇੱਕ ਵਾਰੀ ਫੇਰ ਕਹਿ ਦੇ ਵਾਹਿਗੁਰੂ। तेरा कर्म तो खुदाया सबके लिए एक है। गुरु ग्रंथ साहब मेरे नजर आ रहा ना तुम बोल दे, गुरु ग्रंथ साहब तो नजर आ रहे ने, वो आ रहे ने। बख्शिशा करने वाला एक कोई है। तेरा कर्म तो खुदाया सबके लिए एक है। मार दी कृपा साढ़े सारे वास्ते इको ही है। हम कितना ले सकेंगे जे अपना मुकद्दर है। हम कितना ले सकेंगे जे अपना मुकद्दर है। कहने लगे भी संत जी कहते एक दूसरे मिल के ना, कहते आप मिल के नाम जपा कर जपनिया जुगतियां दे विचार करया करिए। ते मुकदी गल की संगत करके रब दी प्राप्ति हुंदी है। दास कोल तो फिर रहा नहीं गया। मैं कहा भरावो किहड़े रब दी प्राप्ति करनी है। एक बारी कह दे वाहिगुरू, तुसीं किहड़े रब दी प्राप्ति करनी है मैनूं दसो ते सही। कहंदे रब किन्ने किन्ने। मैं कहा जिहड़े महापुरखां दी असीं संगत कीती है। माफ करना गुरु की संगत और रब ही सी, होर की सी। एक बारी कह दे वाहिगुरू। गुरु नानक दी गुरता गुरगद्दी ते महापुरख बैठे ने, फायदा उठाया करो। एक बारी कह दे वाहिगुरू। कई तो लुक जाते ने, कोई सेवा देनी पा जाए ते माफ करना गुरु की संगत लुक जाते ने भी सेवा करनी पै जाए। बाबे आए ने पता नहीं की मतलब की सानू फाहे ला देंगे। एक संत बाबा कश्मीर सिंह ने कार सेवा वाले कहता बाबा जी असी सेवा इकट्ठी करने वास्ते गए तो कोई विसाख के अखीरले दिन सन, जेठ का महीना चढ़ी चुका सी। कहता असी जीप दे विच कोई कणक रखी सी, कणक। एक बारी कह दे वाहिगुरू। कह लगा बाबा जी एक माई ने ना कोई दाने सिर दिते, 20 किलो दाने रखे तो दूर दौड़ी आवे। एक बारी कह दे वाहिगुरू। ठहरियो बाबा जी, ठहरियो बाबा जी, ठहरियो बाबा जी। करके वेखियो जी, दास नूं बहुतियां गल्लां नहीं आउंदियां, पर दास ने जो भी गल करनी अपनी जिंदगी च गुरु नानक दी किरपा दे विच नवे पैसे दी कमाई, नवे पैसे दी कमाई कीती ना, ओहदे विच तुहानूं अपनी जिंदगी दा तजर्बा दसना। धीआं भैणां दे विआह करदे आपां, करजा चुक भी करते हैं, ठीक है। वह हाँ जहां का भर दिया करो। कोई पेट्रोल तो नहीं जरा महंगा हो गया है। धीआं भैणां दे असीं विआह करते हैं, करजा चुक भी करते हैं, जमीनां खरीदते हैं, करजा चुक के भी खरीदते हैं। मुकदी गल की घर बनाउंदे हैं, करजा चुक के भी बनाउंदे हैं।
कदी करजा चुक के गुरु नानक दे घर च दान करो जे वेखो जे किन्नी चढ़दी कला हुंदी कि नहीं हुंदी, कोई चढ़दी कला हुंदी कि नहीं हुंदी। बाबा जी कहन लगे मैनू एक सेवादार कहंदा बाबा जी माई दौड़ी आउंदी। बाबा कश्मीरा सिंह कहते मैं क्या असी गड्डी रोकती, जेठ दा महीना सी, गर्मी सी कुदरती, ते कहंदा वेख 20 किलो दाने, कहंदी बाबा जी मैं लोकां दियां वाढियां कर करके तो कोई 2-3 क्विंटल कणक इकट्ठी कीती सी, ते जिहदे विचों ना कहंदी बाबा जी 1 क्विंटल दाने जिहदे च 20 किलो तुहाडे ते 20 किलो बाबा अमरीक सिंह दे 20 किलो बाबा हरबंस सिंह होरां दे 20 किलो सचखंड हजूर साहिब वालियां दे गिण के ना कहंदी बाबा जी ये दाने लै जाओ। बाबा जी कहते मैं दाने तो असी गड्डी च रखाला है, सेवा करया करो। एक बारी कहते वाहगुरू, एक बारी फिर कहते वाहगुरू। संत वाले ने बहुते बंदे किताबां कतूबां पढ़ते सन, कहते किताबां कतूबां पढ़न वाला ना ओहदा राह जी उलझ गया, ते जिन्ने काम बंदे किताबां लिखते हैं तो शराब भी पींदे ने, मांस भी खांदे ने, ਜਿਹੜੇ ਆਪ ਹੀ ਡੁੱਬ ਗਏ ਨੇ ਤੁਹਾਨੂੰ ਕਿੱਥੋਂ ਤਾਰ ਦੇਣਗੇ। ਸੰਤ ਮਹਾਰਾਜ ਸਭ ਤੋਂ ਜ਼ਿਆਦਾ ਖੁਸ਼ ਉਹਨਾਂ ਦੇ ਹੁੰਦੇ ਸਨ ਜਿਹੜੇ ਸੇਵਾ ਕਰਦੇ ਸਨ। ਸੇਵਾ ਕਰਨੀ, ਧਰਮ ਦੀ ਕਿਰਤ ਕਰਕੇ ਦਾਨ ਕਰਨਾ। ਬਾਬਾ ਕਸ਼ਮੀਰਾ ਸਿੰਘ ਜੀ ਕਹਿੰਦੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ। ਕਹਿੰਦਾ ਮੈਂ ਸੋਚਿਆ ਆ ਮਾਈ ਦੀ ਸ਼ਰਧਾ ਵੇਖੋ, ਵਾਢੀਆਂ ਕਰਕੇ 1 क्विंटल दाने लिआंदे ने ते 20 किलो मैनूं दित्ते ने भी सेवा च ला दिओ। बाबा कश्मीरा सिंह लगा कहन लगे मेरे बड़े नेड़े ने, कहंदा बाबा जी मेरे हिरदे च एक आवाज़ निकली भी भला इस माई नूं रंग किवें नहीं लगणगे, इस माई नूं रंग किवें नहीं लगणगे। बाणी च पातशाह फरमाउंदे ने इधर उधर दी गल्लां नहीं आउंदियां, महापुरखां दी किरपा रहे। बाणी कहंदी एक तिल नहीं भन्ने घल है, एक तिल दे बराबर नाल तुहाडी कीती सेवा सतगुरु पातशाह बिरथी नहीं जान दिंदे। बाबा जीवन सिंह कारसे वाले होए ने, कई माइयां दे सरदार जी कहंदे सरदार जी कित्थे ने, बाबा जी ਉਹਦੇ ਘਰ ਹੀ ਨਹੀਂ ਹੈਗਾ, ਭਾਵੇਂ ਅੰਦਰ ਬੈਠਾ ਦਾਰੂ ਦੀ ਬੋਤਲ ਖੋਲੀ ਹੋਵੇ। ਤੇ ਮਾਈਆਂ ਕਹਿਣਗੀਆਂ ਕਾਰਸੇ ਵਾਲੇ ਬਾਬਿਆਂ ਨੂੰ ਵੇਖ ਕੇ ਕਹਿਣਗੀਆਂ ਇਹ ਬਾਬੇ ਹੀ ਨਹੀਂ ਮਗਰੂ ਲੈਂਦੇ, ਇਹ ਬਾਬਿਆਂ ਦਾ ਸਿਆਪਾ ਹੀ ਨਹੀਂ ਮੁੱਕਦਾ। ਮਾਫ ਕਰਨਾ ਗੁਰੂ ਕੀ ਸੰਗਤ ਅਰਦਾਸ ਕਰਿਆ ਕਰੋ ਬਾਬੇ ਸਾਡੇ ਮਗਰੂ ਨਾ ਲੈਣ, ਉਂਝ ਤੇ ਅਸੀਂ ਕਰਨਾ ਨਹੀਂ ਤੇ ਬਾਬਿਆਂ ਸਾਡੇ ਕੋਲ ਧੱਕੇ ਨਹੀਂ ਕਰਾ ਲੈਣਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਬਾਬਿਆਂ ਨੇ ਸਾਡੇ ਕੋਲ ਧੱਕੇ ਨਹੀਂ ਕਰਾ ਲੈਣਾ। ਸਾਡੇ ਮਾਰਕੰਡਾ ਘੱਗਰ ਪੈਂਦੀ ਉੱਥੇ ਭੇਵੇ ਦੇ ਇਲਾਕੇ 'ਚ ਸੰਤ ਬਾਬਾ ਜੀਵਨ ਸਿੰਘ ਜੀ ਚਲੇ ਗਏ। ਜਦੋਂ ਕਰਮ ਚੰਗੇ ਹੁੰਦੇ ਨਾ ਉਦੋਂ ਇਹੋ ਅਜੇ ਮਹਾਂਪੁਰਖਾਂ ਦੀ ਸੰਗਤ ਮਿਲਦੀ ਨਹੀਂ ਤੇ ਮਿਲ ਨਹੀਂ ਸਕਦੀ। ਇਲਾਕਾ ਨਹੀਂ ਵਸਦਾ ਪਿਆ, ਤੁਸੀਂ ਨਿੰਦਰਾਂ ਤੇ ਆ ਕੇ ਆਏ ਹੋ, ਤੁਸੀਂ ਮਹਾਰਾਜ ਦਰਸ਼ਨ ਕਰਨ ਆਏ ਹੋ। ਮਾਫ ਕਰਨਾ ਵਡਭਾਗੀ ਸਤ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੇ। ਇਹ ਬਿਨਾ ਭਾਗਾ ਤੋਂ ਨਹੀਂ ਮਿਲ ਸਕਦੀ, ਸਵਾਲ ਹੀ ਪੈਦਾ ਨਹੀਂ। ਸਾਧ ਸੰਗਤ ਜੀ ਪਾਣੀ ਮਾਰ ਕੰਡੇ ਤੇ ਘੱਗਰ ਦਾ ਨਾ ਉਸ ਇਲਾਕੇ 'ਚ ਬੜਾ ਰੁੜ ਗਿਆ। ਜ਼ਿਮੀਂਦਾਰਾਂ ਜੱਟਾਂ ਦੀਆਂ ਫਸਲਾਂ ਮਾਰੀਆਂ ਗਈਆਂ। ਇੱਥੇ ਵੀ ਸਾਡੇ ਮੇਰੇ ਵੀਰ ਜਿੰਨੇ ਵੀ ਬੈਠੇ ਨੇ ਬਹੁਤਿਆਂ ਦੀ ਗਿਣਤੀ ਮੈਂ ਸਿੰਘਾਂ ਨੂੰ ਦੱਸਦਾ ਆ ਰਿਹਾ ਸੀ। ਸਾਡੇ ਨਾਲ ਰੋਪੜ ਦੇ ਸਿੰਘ ਸਨ, ਕੁਝ ਦੂਜੇ ਸਨ। ਮੈਂ ਕਿਹਾ ਇਲਾਕੇ ਦੇ ਜਿੰਨੇ ਵੀ ਲੋਕ ਬੈਠੇ ਨੇ ਬਹੁਤੇ ਲੋਕ ਉਹ ਨੇ ਜਿਨ੍ਹਾਂ ਨੇ 47 ਦੇ ਕਤਲ ਦੀ ਮਾਰ ਖਾਧੀ ਹੈ, ਜ਼ਮੀਨਾਂ ਛੱਡ ਆਏ, ਘਰ-ਬਾਰ ਛੱਡ ਕੇ ਆਏ। ਮੈਂ ਕਿਹਾ ਕਿੱਥੇ ਆ ਕੇ ਬੈਠੇ ਨੇ, ਇੱਕ ਵਾਰੀ ਕਹਿ ਦੇਵਾ। ਪਰ ਸਿੱਖ ਜਿਉਂਦਾ ਗੁਰੂ ਦੇ ਨਾਂ ਤੇ ਆ ਕੇਸਰੀ ਨਿਸ਼ਾਨ ਸਾਹਿਬ ਥਾਂ ਝੂਲਦੇ ਨੇ ਪੈ। ਕੇਸਰੀ ਨਿਸ਼ਾਨ ਸਾਹਿਬ ਕਈ ਕਹਿੰਦੇ ਨੇ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕਿਆ ਕਰੋ, ਤੇ ਮੈਂ ਕਿਹਾ ਤੇਰੇ ਪਿਓ ਨੂੰ ਟੇਕਿਆ ਕਰੀ। ਨਿਸ਼ਾਨ ਸਾਹਿਬ ਨੂੰ ਵੇਖ ਕੇ, ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਹੈ
ਵੀ ਇੱਥੇ ਕੋਈ ਗੁਰੂ ਸਿੱਖਾਂ ਦਾ ਘਰ ਹੋਣਾ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਣਾ। ਇੱਕ ਵਾਰੀ ਕਹਿ ਦਿਓ ਇੱਥੇ ਕੋਈ ਸਿੱਖਾਂ ਦਾ ਘਰ ਹੋਣਾ ਤੇ ਮਾਫ ਕਰਨਾ ਕੋਈ ਗੁਰੂ ਘਰ ਹੋਣਾ, ਗੁਰਦੁਆਰਾ ਹੋਣਾ। ਮੁੱਕਦੀ ਗੱਲ ਕੀ, ਬਾਬਾ ਜੀਵਨ ਸਿੰਘ ਜੀ ਸਾਡੇ ਇਲਾਕੇ 'ਚ ਗਏ, ਜੱਟਾਂ ਦੀ ਫਸਲ ਸਾਰੀ ਦੀ ਸਾਰੀ ਮਾਰੀ ਗਈ। ਜੱਟ ਦੀ ਦੌੜ, ਜੱਟ ਦੇ ਪੱਲੇ ਕੀ ਰਹਿ ਜਾਂਦਾ ਜੀ ਫਸਲ ਮਾਰੀ ਜਾਏ। ਤਾਂ ਕੋਈ ਪੌਣਾ ਕਿੱਲਾ ਜਿਹਨੂੰ 6 ਕਨਾਲਾਂ ਵੀ ਕਹਿ ਦਿੰਦੇ ਨੇ ਫਸਲ ਬਚੀ, तो दाने साफ करके मियाँ बीवी ते साध संगत जो दाने तोड़ने सन ते बाबा जीवन सिंह जी चले गए। बाबा जीवन सिंह ने आख्या, उन्हें मियाँ बीवी ने अगे बढ़ के नमस्कार की, पैरी हाथ नहीं सी लाउण दिंदे, पर फिर भी उन्होंने नमस्कार की। आख्या बाबा जी बड़ी कृपा की, किवें आए? बाबा जीवन सिंह ने आख्या, सिंघा कोई सेवा लैण वास्ते आए हैं। एक बारी कह दे वह कोई सेवा लैण वास्ते आए हैं ते सेवा कर। उन्हें आख्या बाबा जी फसल मारी गई, हड़ आया सी, आ दाने बचे ने, कोई आटी झूटा झूटे होने आए ने, अगे ते देसी झोने हुंदे सन, किसी का भागां वाले दा झोना 50 मन झड़दा सी। आख्या बाबा जी बेनती की, बाबा जी आ दाने कोई 35-40 मन ने, अगे सर्दी आउंदी पई, जमीन भी बाणियां दी सी, हिस्से ते लई सी, ते बाबा जी आ दाने ने जिन्ने मर्जी जिन्ने कहंदे दे दिओ। बाबा जीवन सिंह महाराज ने जिन्हां ने गोदावरी दा पुल बन्निया, एक बारी कह दे वह अजकल दे संत नूं संत, मैं तो कई बारी कहना होना महापुरखो, 4 शराबी बह के कट्ठे शराब पीणगे, 4 जुआरी कट्ठे बह के जुआ खेड लेणगे। लै अज ना संत नूं संत वेख के सड़िया पिया, एक बारी कह दे वह असीं भी साडा भी दुआ पैंदा। एक दिन एक महापुरखों ने फतेह बुलाई, संत जी वाहिगुरू जी का खालसा वाहिगुरू जी की फतेह। संत ने मुंह दूजे पासे कर लिया। मैं कहा बाबा जी ना बोलो, गुरु की फतेह तो बुला दियो, गुरु की फतेह तो बुला दियो। जमाना बदल गया। बाबा जीवन सिंह ने आख्या, सिंघा सेवा आए हैं, कहता बाबा जी माफ करना, गुरु की संगत जिन्नी मर्जी जिन्ने मर्जी चक लो, आही दाने ने। बाबा जीवन सिंह ने आख्या सारे चक लो। माफ करना, मियाँ बीवी हाथ जोड़ के खड़े सुन, आख्या बाबा जी सारे चक लो। जदों सारे चक ले, बच्चियां नूं लालच हुंदा 2-4 किलो दाणियां दा, किते रेड़ी भी कह दिंदे ने, किते धड़ोपा भी कह दिंदे ने, बड़ी बोली हुंदी है। ते बच्चियां नूं सीगा भी सानूं कोई 2-2, 3-3, 4-4 किलो दाणे मिल जाणगे। ते जदों दाणे सारे चक ले ते बाबा जीवन सिंह ने सेवादार नूं आख्या, झाड़ू दे दिओ, मांजा मांज दिओ, मांजा दे दिओ। जदों झाड़ू भी दे दिता, साध दा वचन है, जे किसी नूं मिल जाए तो एक बारी कह दे वाहिगुरू। 4 पदार्थ जे कोई मंगे साध जना की, जे कोई माफ करना गुरु की संगत, जे कोई अपना दुख मिटावे, हर हर नाम हृदय सद गावे। मियाँ बीवी बजर बाबा जी ने आख्या झाड़ू दे दे। झाड़ू दे के जब तुर पे, संत बाबा जीवन सिंह ने आख्या, सिंघा ये ना समझी तेरे घरों दाने लै चले, तेरा पिंड हुंज के लै चले। आख्या सिंघा तेरे घरों गरीबी हुंज के लै चले, तेरे घरों गरीबी हुंज के लै चले। मुकरी गल की, अज वो परिवार जिन्हां दी 5-5, 4-4 कंबाइनां खड़ियां ने, अज वो परिवार जिन्हां दे पढ़े लिखे बच्चे, माफ करना गुरु की संगत अफसर बने ने। परिवार दे विच एक दो डॉक्टर भी है ने,
जे लेना है तो नीवा होके आ जा, जे लेना ना कुछ नीवा हो जाए होके आ जा। नीचा ही अंदर नीच जात नीची हूं अत नीच, नानक तिनके संग साध वड्या सु क्या रीस। जिथे नीच संभालियं तिथे नदर तेरी, तेरी बख्शीश। नीवा होके आ जा जी लेना कुछ तो। आ गुरुद्वारे आने जी, सैकटरी साहब आ रहा, ये जी प्रधान साहब आ रहे, वो संत देखिया सी। एक बारी जथेदार गुरचरण सिंह टौड़े ने आख्या, मारो बेनती की, बाबा जी, बाबा जी मैं SGPC का इलैक्शन लड़ना। मुकरी गल की, बेचारे महापुरखों का मैं राह वेख के हैरान हो रहा सी। मैं कहा कदे मेरे इलाके च होंदे, कदे दूर नेड़े ते इन्हां दी सड़क किते कच्ची रहिंदी हुंदी। एक बारी कह रहे वैरू टोए पै सन, पर साध संगत जी उन्हें आख्या बाबा जी मैं सेवा करनी, सेवा करनी, मैं कृपा करो मैं इलैक्शन जित जावां। संत बाबा ईश्वर सिंह राड़े वाले ने आख्या होए सेवा कोई प्रधान बन के ही होंदी है, जा लंगर दे भांडे मांज लै, जा संगत दे जोड़ियां दी सेवा कर लै। मैनू कोई गल याद है, इन्नी दुनी महापुरख राड़े वाले 1 साल के बाद सचखंड में चले गए। पंजाब के हालात को बहुते चंगे नहीं सुन रहे। एक बारी कह दे बहरू संत बाबा ईश्वर सिंह राड़े वाले के चरणों में पता लगता सी उस जमाने च कि संत कौन है। सानू मान है। कई बारी बाबा जी मैं कीर्तन च बेनती करता होना, किसी ने किसी संत की संगत की होनी, किसी ने साधु की संगत की होनी, किसी ने माफ करना किसी महापुरख की संगत की होनी है, पर सानू मान है कि असी रब की संगत की। खालसा जी रब की संगत। ज्ञानी जैल सिंह पंजाब का चीफ मिनिस्टर सी। महापुरख कीर्तन करन तो बाद साध संगत जी भोरा साहब वाल जान लगे। उस जमाने पटियाले का DC बिंद्रा सी, और भी चंगे चंगे अफसर सन जिन्होंने संत महाराज नूं बेनती की संत महाराज ने कि बाबा जी तुहानू चीफ मिनिस्टर मिलना चाहता। सदे चीफ मिनिस्टर को मिल के की करांगे। फिर बेनती की बाबा जी तुहानू मिलना चाहता जी, सानू कई काम करवाने पैंदे ने। महापुरखा ने कुर्सी मंगवाली ते ज्ञानी जी अगे गए, महापुरखा ने इशारा किया ज्ञानी जी कुर्सी ते बह जाओ। खैर मत्था टेक के महापुरखा ने चरणा जी बह गए। एक चीफ मिनिस्टर नूं यह गल कह देनी, एक काम तो संत बाबा ईश्वर सिंह राड़े वालियां दा सी। ज्ञानी सियासी बंदे गल इवें ही करते हुंदे ने। ज्ञानी जी ने आख्या बाबा जी कहे किवें आया? आख्या बाबा जी कोई सेवा दसो। संत महाराज अगे कहते ज्ञानी जी मैं लिस्ट बना के बैठा। मैं को कहते सेवा की लिस्ट बना के बैठा, जा संगत दे झूठे बर्तन मांज लै, जा जोड़ियां की सेवा कर लै, जा झाड़ू फड़ के झाड़ू दे लै। जे तू सेवा करनी है तो बाणी तो कहती प्रभ को सिमरे से बेमोहताजे, प्रभ को सिमरे से सर्व के राजे। दिल्ली ज्ञानी माफ करना, दिल्ली महापुरखों को पता कोका कोला वाले चरणजीत सिंह दलजीत सिंह, माफ करना गुरु की संगत दलजीत सिंह दे औलाद है सी, पर चरणजीत दे औलाद नहीं सी। उत्थे बहरे अमीरा लोगों के बहरे सेवा करते हैं। आ टोपियां टापियां पाइया जी, आ पानी है वरतौण पै। संत महाराज की कुर्सी लगी है। संगतां ने बेनती की बाबा जी भाई दलजीत सिंह दे औलाद है, कृपा करो
ਚਰਨਜੀਤ ਸਿੰਘ ਨੂੰ ਪੁੱਤਰ ਦੀ ਦਾਤ ਬਖਸ਼ੋ। ਸੰਤ ਬਾਬਾ ਨੇ ਕਹਿੰਦੇ ਚਰਨਜੀਤ ਸਿੰਘ ਦੇ ਪੁੱਤਰ ਹੋ ਜੂ। ਸੰਤ ਬਾਬਾ ਕਹਿੰਦੇ ਇਹਦੇ ਪੁੱਤਰ ਕਿੱਦਾਂ ਹੋ ਜਾਊਗਾ? ਸੰਤ ਕਹਿਣ ਲੱਗੇ ਬਹਿਰੇ ਸੇਵਾ ਕਰਦੇ ਨੇ ਪੈ, ਬਹਿਰੇ ਸੇਵਾ ਕਰਦੇ ਨੇ ਪੈ। ਇਹਨਾਂ ਬਹਿਰਿਆਂ ਦੇ ਪੁੱਤਰ ਤਾਂ ਹੋ ਸਕਦਾ, ਪਰ ਚਰਨਜੀਤ ਦੇ ਪੁੱਤਰ ਨਹੀਂ ਹੋ ਸਕਦਾ, ਕਿਉਂਕਿ ਇਹ ਆਪਣੇ ਹੱਥੀ ਸੇਵਾ ਨਹੀਂ ਕਰਦੇ। ਮਾਫ ਕਰਨਾ ਗੁਰੂ ਕੀ ਸੰਗਤ ਦਾ ਗੱਜ ਵੱਜ ਕੇ ਪੜਿਓ ਜੇ, ਮਾਫ ਕਰਨਾ ਤੁਸੀਂ ਵੀ ਸੇਵਾ ਕਰਿਆ ਕਰੋ, ਇੱਥੇ ਆ ਕੇ ਤੇ ਕੁਝ ਲੈ ਕੇ ਜਾਇਆ ਕਰੋ। ਮਹਾਂਪੁਰਖਾਂ ਨੂੰ ਆਖਿਆ ਕਰੋ ਬਾਬਾ ਜੀ ਕੋਈ ਸਾਨੂੰ ਹੁਕਮ ਦੱਸੋ, ਸੇਵਾ ਦੱਸੋ। ਮਾਫ ਕਰਨਾ ਗੁਰੂ ਕੀ ਸੰਗਤ ਤੇ ਜੇ ਆਏ ਤੇ ਰੋਟੀਆਂ ਦਿੱਤਾ, ਪਾਣੀ ਤੇ ਰੋਟੀਆਂ ਦੇ ਘਰ ਵੀ ਬੜੀਆਂ ਖਾਂਦੇ ਆ ਜੀ। ਬੱਲੇ 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 ਜੀ, ਮਹਾਂਪੁਰਖਾਂ ਨੇ ਬਰਸੀ ਬਣਾਈ ਮੜਾਈ। ਬਸੰਤ ਬਾਬਾ ਸੁਖਦੇਵ ਸਿੰਘ ਦੀ ਦਾਲ ਤੇ ਇੰਨੀ ਸਵਾਦ ਸੀ, ਮੈਂ 4 ਬਾਟੀਆਂ ਪੀਤੀ ਤੇ ਬੱਲੇ ਬੱਲੇ ਬੱਲੇ। ਉੱਥੇ ਹੋਰ ਬੜੇ ਮਿੱਠੇ ਮਿੱਠੇ ਪਦਾਰਥ ਬਣੇ ਸੀ, ਮੈਂ ਬੜੇ ਖਾਦੇ। ਨਾਮ ਜਪੀਏ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਨ ਪਾਈਦਾ। ਜਪੀਏ ਤੰਦੂਰ ਹੁੰਦੇ, ਸੇਵਾ ਕਰਕੇ ਮਨ ਪਾਈਦਾ। ਨਾਮ ਜਪੀਏ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਨ ਪਾਈਦਾ। ਨਾਮ ਜਪੀਏ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਨ ਪਾਈਦਾ ਜੀ। ਨਾਮ ਜਪੀਏ ਤੰਦੂਰ ਹੁੰਦੇ, ਸੇਵਾ ਕਰਕੇ ਮਨ ਪਾਈਦਾ। ਨਾਮ ਜਪੀਏ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਜਪੀਏ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਮੇਰੇ ਪਿਆਰੇ ਸੇਵਾ ਕਰਕੇ ਮਨ ਪਾਈਦਾ ਜੀ। ਵਾਹ ਵਾਹ, ਸੇਵਾ ਕਰਕੇ ਮਨ ਪਾਈਦਾ। ਸੇਵਾ ਕਰਕੇ ਮਾਣ ਪਾਈਦਾ। ਮੇਰਾ ਵਾ ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀ ਇਹ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਨ ਪਾਈਦਾ। ਜਪੀਏ ਤੰਦੂਰ ਹੁੰਦੇ, ਸੇਵਾ ਕਰਕੇ ਮਨ ਪਾਈਦਾ। ਜਪੀਏ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਜਪੀਏ ਤੰਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਵਿੱਚ ਦੁਨੀਆ ਸੇਵਕ ਮਾਈਏ, ਤਾਂ ਦਰਗੇ ਬੈਸਨ ਪਾਈਏ। ਜਦੋਂ ਸੱਚਖੰਡ ਜਾਣਾ ਸੀ, ਇੰਡੀਆ ਦਾ ਹੋਮ ਮਿਨਿਸਟਰ ਬੂਟਾ ਸਿੰਘ ਸੀ, ਸਰਦਾਰ ਬੂਟਾ ਸਿੰਘ। ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸਰਦਾਰ ਬੂਟਾ ਸਿੰਘ ਨੂੰ ਆਖਿਆ ਕਿ ਮੈਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਨੂੰ ਮਿਲਣਾ ਚਾਹੁੰਦੀ ਹਾਂ।
ਬੂਟਾ ਸਿੰਘ ਨੇ ਬੇਨਤੀ ਕੀਤੀ ਸੰਤ ਮਾਰ ਦੇ ਅੱਗੇ, ਤੁਹਾਨੂੰ ਇੱਕ ਨਵੀਂ ਗੱਲ ਦੱਸੀ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਗਰੀਬਾਂ ਦੇ ਦਿਲਾਂ ਦੀ ਧੜਕਣ ਸੀ ਖਾਲਸਾ ਜੀ। ਗਰੀਬਾਂ ਨੂੰ ਇੰਨਾ ਪਿਆਰ ਕਰਦੇ ਸਨ, ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਤੁਹਾਨੂੰ ਦੱਸ ਸਕਾਂ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸਾਹਿਬ ਮਿਲਣਾ ਚਾਹੁੰਦੇ ਨੇ। ਸੰਤ ਗੱਲ ਕਹਿਣ ਲੱਗੇ, ਪਹਿਲੀ ਗੱਲ ਤਾਂ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ। ਫਿਰ ਦੂਜੇ ਨੰਬਰ ਤੇ ਰਹੀ ਗੱਲ, ਮੈਂ ਕਿਸੇ ਗਰੀਬ ਨੂੰ ਤਾਂ ਟਾਈਮ ਦੇ ਸਕਦਾ, ਇਹਨਾਂ ਅਮੀਰਾਂ ਵਾਸਤੇ ਕਿੱਥੇ ਟਾਈਮ। ਖੈਰ ਹੁਣ ਅਸੀਂ ਇੰਗਲੈਂਡ ਜਾਣਾ। ਸੰਤ ਮਹਾਰਾਜ ਫਿਰ ਬੇਨਤੀ ਕੀਤੀ ਸਰਦਾਰ ਬੂਟਾ ਸਿੰਘ ਨੇ, ਮਹਾਰਾਜ ਉੱਥੋਂ ਆ ਕੇ ਫਿਰ ਟਾਈਮ ਦੇ ਦਿਓ ਜੀ। ਸੰਤ ਮਹਾਰਾਜ ਕਹਿੰਦੇ, ਬੂਟਾ ਸਿਆ ਹੁਣ ਕਿੰਨੇ ਆਉਣਾ ਤੇ ਕਿੰਨੇ ਜਾਣਾ ਤੇ ਕਿਹਦੇ ਚਰਨ ਪਾਉਣੇ ਤੇ ਕਿਹਨੂੰ ਸਮਾਂ ਦੇਣਾ। ਮੁੱਕਦੀ ਗੱਲ ਕੀ ਬੀਬੀਓ, ਅੱਖੀ ਵੇਖੀ ਗੱਲ ਹੈ। ਇੱਕ ਮਾਈ ਕਹਿੰਦੀ ਨਿਤਨੇਮ ਨਹੀਂ ਆਉਂਦਾ, ਬਾਣੀ ਨਹੀਂ ਪੜ੍ਹਨੀ ਆਉਂਦੀ, ਸੇਵਾ ਤਾਂ ਪਹਿਲਾਂ ਤੂੰ ਕਰਦੀ ਹੋਵੇਗੀ, ਅਸੀਂ ਤਾਂ ਬਾਅਦ ਚ ਗਏ ਆ। ਕੌਲ ਦੇ ਜ਼ਮਾਨੇ 'ਚ ਸੰਗਤ ਮਿਲੀ ਸੀ। ਮੁੱਕਰੀ ਗੱਲ ਕੀ ਗੁਰੂ ਕੀ ਸੰਗਤ ਮਾਈ ਨੇ ਆਖਿਆ, ਬਾਬਾ ਜੀ ਮੈਂ ਤੁਹਾਡਾ ਸੇਵਾ ਵੀ ਮਾਫ ਕਰਨਾ, ਬਾਣੀ ਨਹੀਂ ਪੜ੍ਹਨੀ ਆਉਂਦੀ, ਨਿਤ ਮੈਨੂੰ ਨਹੀਂ ਆਂਦਾ, ਮੈਂ ਕੀ ਕਰਿਆ ਕਰਾਂ। ਸੰਤ ਮਹਾਰਾਜ ਨੇ ਆਖਿਆ, ਮਾਤਾ ਤੂੰ ਇਹਦੇ ਘਰ ਲੰਗਰ ਦੇ ਭਾਂਡੇ ਮਾਂਜਿਆ ਕਰ। ਇਸ ਮਾਈ ਨੇ 40 ਸਾਲ ਦੀ ਉਮਰ ਸੀ ਜਦੋਂ ਸਤਿਪੁਰਸ਼ਾਂ ਨੂੰ ਬੇਨਤੀ ਕੀਤੀ। ਬਾਬਾ ਜੀ ਨੇ ਆਖਿਆ, ਮਾਈ ਤੂੰ ਇੰਜ ਕਰ, ਤੂੰ ਭਾਂਡੇ ਮਾਂਜਿਆ ਕਰ, ਸੰਗਤ ਦੇ ਭਾਂਡੇ ਮਾਂਜਿਆ ਕਰ, ਲੰਗਰ ਸੇਵਾ ਕਰਿਆ ਕਰ। 40 ਸਾਲ ਇਹਨੇ ਲੰਗਰ ਦੇ ਭਾਂਡੇ ਮਾਂਜੇ। ਮੁੱਕਰੀ ਗੱਲ ਕੀ ਗੁਰੂ ਕੀ ਸੰਗਤ ਮਾਈ ਬਿਰਧ ਹੋ ਗਈ। 7 ਮੀਲ ਰੋਜ਼ ਤੁਰ ਕੇ ਆਉਂਦੀ ਸੀ, 7 ਮੀਲ ਤੁਰ ਕੇ ਜਾਂਦੀ ਸੀ। ਜਿਨ ਸੇਵਿਆ ਤਿਨ ਪਾਇਆ ਮਾਨ। ਇਹ ਮੁਕਤੀਆਂ ਮਗਤੀਆਂ ਐਵੇਂ ਨਹੀਂ ਮਿਲਦੀਆਂ, ਸੇਵਾ ਕਰਕੇ ਤੇ ਨਾਮ ਜਪ ਕੇ ਮਿਲਦੀਆਂ ਨੇ। ਇੱਕ ਵਾਰੀ ਕਹਿ ਦਿਓ ਹੈ। ਮੁੱਕਰੀ ਗੱਲ ਕੀ ਗੁਰੂ ਕੀ ਸੰਗਤ ਮਾਈ ਨਾਲ ਦੀਆਂ ਬੀਬੀਆਂ ਦੀ ਗੱਲਾਂ ਕਰ ਰਹੀ ਹੈ। ਸੰਤ ਕਹਿੰਦੇ ਸੀ, ਸੰਗਤ ਦੇ ਬਰਤਨ ਮਾਂਜਿਆ ਕਰ, ਸੇਵਾ ਕਰਿਆ ਕਰ, ਤੇਰਾ ਭਲਾ ਹੋ ਜਾਏਗਾ। ਕਰਾਂ ਕੀ ਭੈਣ, ਹੁਣ ਤੇ ਗੋਡੇ ਵੀ ਨਹੀਂ ਚੱਲਦੇ, ਤੁਰਿਆ ਵੀ ਨਹੀਂ ਜਾਂਦਾ, ਤੇ ਮੈਂ ਹੁਣ ਉਸ ਬਚਨ ਨੂੰ ਨਿਭਾਉਣਾ, ਮੈਂ ਚਾਹੁੰਦੀ ਹਾਂ ਨਿਭ ਜੇ। ਸੰਤ ਮਹਾਰਾਜ ਬੇਨਤੀ ਕੀਤੀ, ਬਾਬਾ ਜੀ ਫਕੀਰੀ ਕਿਹੜੀ ਚੰਗੀ। ਬਾਬਾ ਜੀ ਨੇ ਜਵਾਬ ਦਿੱਤਾ, ਫਕੀਰੀ ਉਹ ਚੰਗੀ ਹੈ ਜਿਹੜੀ ਆਪਣੇ ਗੁਰੂ ਪੀਰ ਨਾਲ ਨਿਭ ਜਾਏ। ਖਾਲਸਾ ਮਾਫ ਕਰਨਾ ਗੁਰੂ ਕੀ ਸੰਗਤ। ਉਹ ਮਾਈ ਗੱਲਾਂ ਕਰਦੀ ਪਈ, ਸੰਤ ਮਹਾਰਾਜ ਦੀ ਕੁਰਸੀ ਲੱਗੀ, ਮਹਾਰਾਜ ਕੁਰਸੀ ਤੋਂ ਉੱਠੇ। ਇਹ ਸਨ 74 ਦੀ ਗੱਲ ਹੈ। ਹੱਥ ਛੜੀ ਦੀ ਮਾਈ ਦੇ ਸਿਰ ਤੇ ਛੜੀ ਦਾ ਠੁੱਲਾ ਮਾਰਿਆ। ਛੜੀ ਮਾਰ ਕੇ ਕਹਿੰਦੇ, ਹੁਣ ਤਾਂ ਤੁਰਿਆ ਵੀ ਨਹੀਂ ਜਾਂਦਾ, ਹੁਣ ਤਾਂ ਸਰੀਰ ਵੀ ਨਹੀਂ ਹਿਲਦਾ, ਹੁਣ ਤਾਂ ਗੋਡੇ ਵੀ ਮਾਫ ਕਰਨਾ ਕੰਮ ਨਹੀਂ ਕਰਦੇ। ਸੰਤ ਮਾਰ ਲੱਗੇ ਕਰ, ਮਾਤਾ ਤੇਰੀ ਸੇਵਾ ਗੁਰੂ ਨਾਨਕ ਦੇ ਘਰ ਚ ਪ੍ਰਵਾਨ ਹੋ ਗਈ ਹੈ। ਜੇ ਤੂੰ ਕਹੇ ਤੈਨੂੰ ਇਹ ਸੇਵਾ ਦਾ ਫਲ ਮਾਫ ਕਰਨਾ, ਤੈਨੂੰ ਅਗਲੇ ਜਨਮ ਚ ਰਾਜ ਭੁਗਤਾ ਦਈਏ, ਬਾਦਸ਼ਾਹੀ ਬਖਸ਼ ਦਈਏ, ਤੇ ਜੇ ਤੂੰ ਕਹੇ ਤੇ ਤੈਨੂੰ ਮੁਕਤੀ ਬਖਸ਼ ਦਈਏ। ਕਰਮ ਚੰਗੇ ਸਰਮਾਈ ਦੇ। ਆਖਿਆ ਮਹਾਰਾਜ ਰਾਜ ਕੀ ਕਰਨਾ, ਰੋਜ਼ ਸੁਣਦੀ ਆ, ਤਪੋ ਰਾਜ ਰਾਜੋ ਨਰਕ। ਕਹਿੰਦੀ ਹੁਣ ਮੁਕਤੀ ਦੀ ਖੈਰ ਪਾ ਦਿਓ। ਆਖਿਆ ਚੰਗਾ ਮਾਤਾ, ਅੱਜ ਤੂੰ ਸਤਵੇਂ ਦਾ ਸ੍ਰੀ ਛੱਡ ਕੇ ਨਿਰੰਕਾਰ ਦੇ ਦੇਸ਼ ਚਲੇ ਜਾਣਾ। ਮਾਈ ਨੇ ਆਖਿਆ, ਬਾਬਾ ਜੀ ਮੇਰੇ ਭੋਗ ਤੇ ਆਓਗੇ। ਸੰਤ ਕਹਿੰਦੇ, ਮੇਰੇ ਕੋਲ ਟਾਈਮ ਤਾਂ ਨਹੀਂ, ਪਰ ਮੈਂ ਆਉਂਗਾ। ਬੜੇ ਬੜੇ ਕੌਤਕ ਦੇਖੇ ਨੇ ਉਹਨਾਂ ਮਹਾਂਪੁਰਖਾਂ ਦੇ। ਆ ਨਾ ਮਾਫ ਕਰਨਾ, ਆ ਧੀਆਂ ਪੁੱਤਾਂ ਵਰਗੀਆਂ ਦਾਤਾਂ ਦਾ ਬੋਲੇ 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 ਬੋਲੇ।
ਇਹਦਾ ਮਾਮੂਲੀ ਜਿਹੀਆਂ ਗੱਲਾਂ ਸਨ। ਸੰਤ ਮਾਰ ਦੀ ਰਸਨਾ ਤੋਂ ਜਿਹੜਾ ਬਚਨ ਨਿਕਲ ਜਾਂਦਾ ਸੀ ਉਹ ਟਲਦਾ ਨਹੀਂ ਸੀ। ਸਾਧ ਬਚਨ ਅਟਲਾਦਾ। ਲੋੜ ਹੈ ਸ਼ਰਧਾ ਦੀ, ਲੋੜ ਹੈ ਭਾਵਨਾ ਦੀ। ਵੱਧ ਤੋਂ ਵੱਧ ਸਮਾਂ ਲਾਇਆ ਕਰੋ। ਮੈਨੂੰ ਲੱਗਦਾ ਕਿ ਮੈਂ ਸਮਾਂ ਕੋਈ ਅੱਗੇ ਨਿਕਲ ਗਿਆ। ਰਾਤ ਦਾ ਸਮਾਂ ਤੇ ਕਹਿੰਦੇ 10 ਵਜੇ ਤੱਕ ਆਪਾਂ ਲਾਣਾ, ਆਪਾਂ ਦੇ ਦਿੰਦੇ ਆ। ਮਾਛੀਵਾੜੇ ਦੇ ਜੰਗਲਾਂ ਚ ਵਾਲੀਏ ਦੋ ਜਹਾਨ ਸਤਿਗੁਰ ਪਾਤਸ਼ਾਹ ਨਿਕਲ ਕੇ ਨਾ ਗੰਨੀ ਖਾਂ ਨਬੀ ਖਾਂ ਦੇ ਘਰੇ ਠਹਿਰੇ ਨੇ। ਇਹ ਤੋਂ ਗੰਨੀ ਖਾਂ ਨਬੀ ਖਾਂ ਦੇ ਘਰੋਂ ਉੱਚ ਪੀਰ ਦੇ ਪੀਰ ਬਣ ਕੇ ਨਿਕਲੇ ਨੇ। ਮਾਫ ਕਰਨਾ ਗੁਰੂ ਕੀ ਸੰਗਤ। ਭਾਈ ਦਇਆ ਸਿੰਘ ਭਾਈ ਨੇ ਸੋਨੇ ਦੀਆਂ ਮੋਹਰਾਂ ਦੀ ਖੁਰਜੀ ਸੀ ਜਿਹੜੀ ਪਿੱਠ ਪਿੱਛੇ ਮਾਰੀ ਹੋਈ ਹੈ। ਭਾਈ ਮਾਨ ਸਿੰਘ ਧਰਮ ਸਿੰਘ ਨੇ ਪਿਛਲੇ ਪਾਸੇ ਮੋਢਾ ਦਿੱਤਾ ਹੈ ਤੇ ਗੰਨੀ ਖਾਂ ਨਬੀ ਖਾਂ ਅੱਗੇ ਨੇ। ਮਾਰੀ ਪਾਲਕੀ ਕੰਧੇ ਤੇ ਚੱਕ ਕੇ ਤੁਰੇ ਜਾਂਦੇ ਨੇ। ਇੱਕ ਮਾਈ ਨੇ ਆ ਕੇ ਨਾ ਪਾਲਕੀ ਥੱਲੇ ਸਿਰ ਦੇ ਦਿੱਤਾ। ਪਾਤਸ਼ਾਹ ਕਹਿੰਦੇ ਦਇਆ ਸਿੰਘ ਇਹ ਮਾਈ ਕੀ ਮੰਗਦੀ ਹੈ? ਇੱਕ ਵਾਰੀ ਕਹਿ ਦੇ ਵਾਹਿਗੁਰੂ। ਭਾਈ ਦਇਆ ਸਿੰਘ ਨੇ ਆਖਿਆ ਪਾਤਸ਼ਾਹ ਮਾਈ ਪੁੱਤ ਮੰਗਦੀ ਹੈ। 10ਵੇਂ ਪਾਤਸ਼ਾਹ ਕਹਿੰਦੇ ਮਾਈ ਤੇਰੇ 7 ਪੁੱਤਰ ਹੋਣਗੇ, 7 ਦੇ 7 ਵਿਆਹ ਹੋਣਗੇ, ਅੱਗੇ 7 ਦੇ 7 ਪੋਤਰੇ ਹੋਣਗੇ। ਮੁੱਕਦੀ ਗੱਲ ਕਿ ਸੇਵਾ ਰੰਗ ਦਿੰਦੀ ਹੈ। ਸੇਵਾ ਨਾ ਛੱਡੋ। ਇੱਥੇ ਗੁਰੂ ਘਰ ਆ ਕੇ ਨਾ ਮਾਫ ਕਰਨਾ ਖਾਲਸਾ ਜੀ ਕਰਕੇ ਦੇਖੋ, ਕਰਕੇ ਗੁਰੂ ਘਰ ਆ ਕੇ ਸੇਵਾ ਕਰਿਆ ਕਰੋ। ਸਵੇਰੇ ਸਾਰੇ ਕੰਮ ਛੱਡ ਕੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰੋ। ਸਾਰੇ ਕੰਮ ਛੱਡ ਕੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰੋ। ਨਿਤਨੇਮ ਨਹੀਂ ਕਰ ਸਕਦੇ, ਘੱਟ ਘੱਟ 6 ਮਾਲਾ ਹੀ ਫੇਰ ਲਓ ਮੂਲ ਮੰਤਰ ਦੀਆਂ। ਉਹ ਨਹੀਂ ਕਰ ਸਕਦੇ 80 ਮਾਲਾ ਵਾਹਿਗੁਰੂ ਮੰਤਰ ਦੀਆਂ ਫੇਰ ਲਵੋ। ਜੇ ਸਾਰੇ ਕੰਮ ਛੱਡ ਕੇ ਨਾ ਤੁਸੀਂ ਨਿਤਨੇਮ ਕਰੋਗੇ, ਇਹ ਗਰੰਟੀ ਹੈ। ਜੇ ਸਾਰੇ ਕੰਮ ਛੱਡ ਕੇ ਤੁਸੀਂ ਨਿਤਨੇਮ ਕਰੋਗੇ ਅੰਮ੍ਰਿਤ ਵੇਲੇ ਉੱਠ ਕੇ, ਗੁਰੂ ਨਾਨਕ ਪਾਤਸ਼ਾਹ ਸਾਰੇ ਕੰਮ ਛੱਡ ਕੇ ਪਹਿਲਾਂ ਤੁਹਾਡੇ ਕੰਮ ਕਰਨਗੇ। ਤੁਹਾਡੇ ਕੰਮ ਕਰਨਗੇ। ਮੈਨੂੰ ਇੱਕ ਬਚਨ ਯਾਦ ਆਇਆ, ਬਾਬਾ ਨੰਦ ਸਿੰਘ ਨਾਨਕਸਰ ਵਾਲੇ ਰਾਗੀ ਸੰਤਾ ਸਿੰਘ, ਮਾਫ ਕਰਨਾ ਭਾਈ ਸੁਜਾਨ ਸਿੰਘ ਦਿੱਲੀ 'ਚ ਕੀਰਤਨ ਕਰ ਰਿਹਾ। ਕੀਰਤਨ ਕਰਦੇ 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 ਭਾਈ ਸੁਜਾਨ ਸਿੰਘ ਨੇ ਉਹ ਸਮਾਂ ਬੰਦ ਦਿੱਤਾ। ਬਾਬਾ ਨੰਦ ਸਿੰਘ ਟੁੱਟ ਗਿਆ, ਪਰ ਬਿਨਾਂ ਕਰਮਾਂ ਤੋਂ ਮੰਗਿਆ ਵੀ ਤੇ ਨਹੀਂ ਨਾ ਜਾਂਦਾ। ਸੋ ਸਮਾਂ ਬੰਦ ਦਿੱਤਾ। ਬਾਬਾ ਨੰਦ ਸਿੰਘ ਟੁੱਟ ਗਿਆ। ਆਖਿਆ ਸੁਜਾਨ ਸਿਆ ਅੱਜ ਤੇਰੇ ਕੀਰਤਨ ਤੇ ਬੜੇ ਖੁਸ਼। ਜੇ ਤੂੰ ਆਖੇ ਨਾ ਤੈਨੂੰ ਗੁਰੂ ਨਾਨਕ ਦੀ ਬਾਹ ਫੜਾ ਦਈਏ, ਜੇ ਤੂੰ ਆਖੇ ਤੇ ਤੈਨੂੰ ਮਾਇਆ ਦੀ ਬਾਹ ਫੜਾ ਦਈਏ। ਓਹ ਮਨ ਦੇ ਵਿੱਚ ਖਿਆਲ ਆਇਆ, ਜ਼ਬਾਨ ਤੋਂ ਨਿਕਲਿਆ ਬਾਬਾ ਜੀ ਮਾਇਆ ਦੀ ਬਾਹ ਫੜਾ ਦਿਓ, ਮਾਇਆ ਦੀ ਬਾਹ ਫੜਾ ਦਿਓ। ਫਿਰ ਬਾਬਾ ਸੁਜਾਨ ਸਿੰਘ ਨੇ ਆਖਿਆ ਨਹੀਂ ਮਹਾਰਾਜ ਜੀ, ਮੈਨੂੰ ਮਾਇਆ ਦੀ ਬਾਹ ਨਹੀਂ, ਮੈਨੂੰ ਗੁਰੂ ਨਾਨਕ ਦੀ ਬਾਹ ਫੜਾ ਦਿਓ। ਮੁੱਕਰੀ ਗੱਲ ਕਿ ਸਮਾਂ ਨਿਕਲ ਗਿਆ। ਇੱਕ ਵਾਰੀ ਸਮਾਂ ਨਿਕਲ ਕੇ ਮੁੜ ਕੇ ਵਾਪਸ ਨਹੀਂ ਆਇਆ ਕਰਦਾ। ਕਰਦੇ 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 ਨਾਲੇ ਬਾਬਾ ਸੁਜਾਨ ਸਿੰਘ ਕੀਰਤਨ ਕਰਦਾ ਹੁੰਦਾ ਸੀ। ਤੁਸੀਂ ਪੜ੍ਹ ਲਓ ਜਰਾ। ਮਾਫ ਕਰਨਾ ਸਾਧ ਸੰਗਤ ਜੀ, ਇਹ ਸਰੀਰ ਮਿੱਟੀ ਹੈ, ਮਿੱਟੀ। ਬਾਣੀ ਚ ਪਾਤਸ਼ਾਹ ਕਹਿੰਦੇ ਕਰਮ ਭੂਮੈ ਬੋਵੋ ਨਾਮ, ਜੋ ਜ਼ਮੀਨਾਂ 'ਚ ਬੀਜਦੇ ਅਸੀਂ ਵੜਦੇ ਹਾਂ। ਠੀਕ ਹੈ, ਆ ਸਰੀਰ ਦੇ ਵਿੱਚ ਕਰਮਾਂ ਰੂਪੀ ਬੀਜ ਬੀਜੇ ਜਾਂਦੇ ਨੇ। ਇਹਦੇ ਵਿੱਚ ਜੇ ਨਾਮ ਜਪਾਂਗੇ, ਭਜਨ ਕਰਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ,
ਇਹ ਬੀਜ ਉਗਣਗੇ ਸਮਾਂ ਪਾ ਕੇ ਸਾਡੀ ਮੁਕਤੀ ਹੋ ਜਾਏਗੀ। ਜੇ ਮਾੜੇ ਕਰਮ ਬੀਜਾਂਗੇ ਨਾ ਤੇ ਫਿਰ ਉਹਦਾ ਫਲ ਤੁਸੀਂ ਪੜ ਕੇ ਵੇਹੀ ਲਓ। ਬਾਣੀ ਪਾਤਸ਼ਾਹ ਦੱਸਦੇ ਨੇ ਭਾਈ ਸੁਜਾਨ ਸਿੰਘ ਕੀਰਤਨ ਕਰਿਆ ਕਰਦਾ ਸੀ ਤੇ ਨਾਲੇ ਰੋਇਆ ਕਰਦਾ ਸੀ। ਅੱਜ ਕੀਰਤਨ ਕਰ ਰਿਹਾ ਭਾਈ ਸੁਜਾਨ ਸਿੰਘ, 20 ਸਾਲ ਬੀਤ ਗਏ। ਚਾਹਲ ਸ਼ਿਮਲੇ ਦੇ ਇਲਾਕੇ 'ਚ ਸ਼ਿਮਲੇ ਦੇ ਇਲਾਕੇ 'ਚ ਕੀਰਤਨ ਕਰ ਰਿਹਾ। ਕੀਰਤਨ ਕਰਦੇ ਕਰਦੇ ਨਾ ਹੱਥਾਂ ਵਿੱਚੋਂ ਲਾਲ ਗਵਾ ਕੇ ਵਾਹ ਮਿੱਟੀ ਨੂੰ ਫਰੋਲਦਾ ਫਿਰੇ। ਵਾਹ 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 ਮਿੱਟੀ ਨੂੰ ਫਰੋਲਦਾ ਫਿਰੇ। ਵਾਹ ਵਾਹ ਮਿੱਟੀ ਨੂੰ ਫਰੋਲਦਾ ਫਿਰੇ। ਵਾਹ ਵਾਹ ਮਿੱਟੀ ਨੂੰ ਫਰੋਲਦਾ ਫਿਰੇ। ਕੀਰਤਨ ਕਰਦੇ ਕਰਦੇ ਭਾਈ ਸੁਜਾਨ ਸਿੰਘ ਨੇ ਉਹ ਸਮਾਂ ਬੰਨ ਦਿੱਤਾ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਦਿੱਲੀ 'ਚ ਬੰਨਿਆ ਸੀ। ਗੁਰੂ ਨਾਨਕ ਬਾਬਾ ਨਾਨਕ ਸਿੰਘ ਜੀ ਟੁੱਟ ਗਏ, ਪਰ ਸਾਧ ਸੰਗਤ ਦੇ ਛੋਟੀਆਂ ਕਲਾਸਾਂ ਦੇ ਪੇਪਰ ਛੋਟੇ ਹੁੰਦੇ ਨੇ, ਕਲਾਸਾਂ ਛੋਟੀਆਂ ਹੁੰਦੀਆਂ ਨੇ। ਵੱਡੀਆਂ ਕਲਾਸਾਂ ਦੇ ਇਮਤਿਹਾਨ ਤੇ ਪੇਪਰ ਵੀ ਕਰੜੇ ਹੋਇਆ ਕਰਦੇ ਨੇ। ਉਹ ਦਿੱਲੀ ਸੀ, ਇਹ ਚਾਹਲ ਸੀ। ਬਾਬਾ ਜੀ ਬਚਨ ਕਰਦੇ ਕਰਦੇ ਬਾਬਾ ਨਾਨਕ ਸਿੰਘ ਲੱਗੇ ਕਹਿਣ, ਕਹਿੰਦਾ ਸੁਜਾਨ ਸਿੰਘ ਅੱਜ ਤੇਰੇ ਕੀਰਤਨ ਤੇ ਬੜੇ ਖੁਸ਼ ਹਾਂ, ਪਰ ਅੱਜ ਜੇਕਰ ਤੂੰ ਆਖੇ ਤਾਂ ਅਸੀਂ ਤੈਨੂੰ ਮਾਫ ਕਰਨਾ। ਲੱਗੇ ਕਹਿਣ ਬਾਬਾ ਨੰਦ ਸਿੰਘ ਜੀ, ਸੁਜਾਨ ਸਿੰਘ ਜੇ ਮਾਇਆ ਨੂੰ ਗਾਂ ਤੇ ਰਨ ਨੂੰ ਮਾਂ ਸਮਝ ਲਵੇਂ। ਬਚਨ ਦੋਵੇਂ ਕਰੜੇ ਸਨ, ਇੱਕ ਵਾਰੀ ਕਹਿ ਦਿਓ ਬਚਨ ਦੋਵੇਂ ਕਰੜੇ ਸਨ। ਆਖਿਆ ਸੁਜਾਨ ਸਿੰਘ ਜੇ ਮਾਇਆ ਨੂੰ ਗਾਂ ਤੇ ਰਨ ਨੂੰ ਮਾਂ ਸਮਝ ਲਵੇਂ, ਤੈਨੂੰ ਗੁਰੂ ਨਾਨਕ ਦੀ ਬਾਂਹ ਫੜਾ ਦੇਣੀ। ਬਾਬਾ ਸੁਜਾਨ ਸਿੰਘ ਦੀ ਧਾਰ ਨਿਕਲੀ। ਮੁੱਖ ਦੀ ਗੱਲ ਕਿ ਗੁਰੂ ਕੀ ਸੰਗਤ ਆਮ ਡੀਸੀ ਦੇ ਦਫ਼ਤਰ ਘਰ ਦੇ ਕੋਲ ਲੰਘੀ ਹੈ ਨਾ, ਕਿਸੇ ਜੱਜ ਦੀ ਕੋਠੀ ਕੋਲ ਲੰਘੀ ਹੈ ਤੇ ਆਮ ਚੀਫ ਮਿਨਿਸਟਰ ਦੀ ਕੋਠੀ ਦੇ ਅੱਗੋਂ ਲੰਘੀ ਹੈ। ਉੱਥੇ ਲਿਖਿਆ ਕਿ ਜੇ ਰਸਤਾ ਆਮ ਨਹੀਂ ਹੈ, ਜੇ ਰਸਤਾ ਆਮ ਨਹੀਂ ਹੈ, ਇਹ ਸੰਤ ਮਾਰਗ ਤੇ ਚੱਲਣਾ ਇਹ ਵੀ ਆਮ ਨਹੀਂ ਹੈ। ਲੋਕ ਲਾਜ ਨੂੰ ਲਾਉਣਾ ਪੈਂਦਾ, ਸਭ ਤੋਂ ਬੁਰੇ ਕਹਾਉਣਾ ਪੈਂਦਾ। ਜਿਉਂਦੇ ਮਰ ਜਾਵਣਾ ਸਿੱਖੀ ਕਮਾਉਣੀ ਔਖੀ। ਇੱਕ ਮਹਾਂਪੁਰਖ ਤੁਰੇ ਜਾ ਰਹੇ ਨੇ, ਹੱਥ ਸੋਟੀ ਹੈ, ਤੰਗੇ ਤੇੜ ਲੰਗੋਟੀ ਹੈ। ਇੱਕ ਵੇਸਵਾ ਚਬਾਰੇ ਤੇ ਬੈਠੀ ਉਹ ਪਾਨ ਚੱਬ ਰਹੀ ਹੈ। ਮਹਾਂਪੁਰਖ ਸਬਰਾਂ ਦੇ ਘੁੱਟ ਭਰ ਕੇ ਦੁਨੀਆ ਵਿੱਚ ਜਿਉਂਦੇ ਨੇ।
ਜ਼ਿੰਦਗੀ 'ਚ ਇੱਕ ਐਸਾ ਸਮਾਂ ਆਇਆ ਸੀ, ਪਰ ਸਾਧ ਸੰਗਤ ਜੀ ਜੇ ਚੋਰ ਨੂੰ ਕਹਿ ਦਈਏ ਸੰਤ ਤੇ ਸੰਤ ਥੋੜਾ ਬਣ ਚੱਲੇ, ਜੇ ਠੱਗ ਨੂੰ ਕਹਿ ਦਈਏ ਤੂੰ ਸਾਧੂ ਹੈ, ਇਹ ਸਾਧੂ ਥੋੜਾ ਬਣ ਚੱਲੇ ਆ। ਜੇ ਸ਼ਰਾਬੀ ਨੂੰ ਕਹੀਏ ਦੇਵਤਾ, ਕਿਤੇ ਦੇਵਤਾ ਥੋੜਾ ਬਣ ਚੱਲੇ ਆ। ਜੇ ਕਿਸੇ ਸੰਤ ਤੇ ਚਿੱਕੜ ਸੁੱਟ ਦਈਏ ਤੇ ਆਪਾਂ ਕਿਸੇ ਸੰਤ ਨੂੰ ਮਾੜਾ ਕਹਿ ਦਈਏ, ਉਹ ਮਾੜਾ ਥੋੜਾ ਬਣ ਚੱਲੇ ਆ। ਇੱਕ ਵਾਰੀ ਕਹਿ ਦੇ ਵਹਿਰੂ ਮਹਾਤਮਾ ਜਾ ਰਹੇ ਨੇ, ਕੋਈ ਭੁੱਖ ਨੇ ਜ਼ੋਰ ਪਾਇਆ, ਕਟੋਰਾ ਹੱਥ 'ਚ, ਫਰੀਦ 'ਚ ਬਾਣੀ 'ਚ ਬਾਬਾ ਫਰੀਦ ਜੀ ਨੇ ਦੱਸਿਆ, ਫਰੀਦਾ ਸਾਬਰ ਅੰਦਰ ਸਾਬਰੀ, ਤਨ ਐਵੇਂ ਜਲੇਣ, ਹੋਣ ਨਜੀ ਖੁਦਾਏ ਦੇ ਭੇਦ ਨਾ ਕਿਸੇ ਦੇਣ। ਚੰਦੂ ਦੀਵਾਨ ਕੀ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ, ਜਹਾਂਗੀਰ ਕੀ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ। ਉਹ ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ ਕਰਨੀ ਦੱਸੀ ਸਬਰ ਦੀ ਜੰਗ ਤੈਨੂੰ। ਦਿੱਲੀ ਚਾਂਦਨੀ ਚੌਕ ਬਾਜ਼ਾਰ ਅੰਦਰ ਕਿਸੇ ਦੱਸਿਆ ਜੀਵਨ ਦਾ ਢੰਗ ਤੈਨੂੰ। ਜਿਵੇਂ ਜਿਵੇਂ ਤੂੰ ਜਿਵੇਂ ਸੜੇ ਤੂੰ ਪੱਠੀਆਂ ਵਿੱਚ ਪੈ ਤਿਉਂ ਤੂੰ ਚੜਿਆ ਕੁਰਬਾਨੀ ਦਾ ਰੰਗ ਤੈਨੂੰ। ਤੈਨੂੰ ਮੌਤ ਦਾ ਡਰ ਕੀ ਪ੍ਰਵਾਨਿਆ ਹੋਏ, ਦਿੱਤਾ ਵਕਤ ਨੇ ਸੂਲੀ ਤੇ ਟੰਗ ਤੈਨੂੰ। ਕੱਲ ਦੇ ਕੀਰਤਨ ਵਿਚਾਰਾਂ ਕੀਤੀਆਂ ਜਾਣਗੀਆਂ, ਪਰ ਸਾਧ ਸੰਗਤ ਜੀ ਉਹ ਵੇਸਵਾ ਪਾਣ ਚੱਬ ਰਹੀ ਹੈ। ਕਿੱਤਾ ਚੰਗਾ ਨਹੀਂ ਹੁੰਦਾ ਸੀ, ਜਾਣਦੇ ਆ ਵੇਸਵਾ ਦਾ। ਮਹਾਤਮਾ ਨੇ ਅਲਖ ਜਗਾਈ, ਉਹ ਬੋਲੀ ਕੀ ਚਾਹੀਦਾ, ਕਹਿੰਦਾ खुदा के वास्ते कोई रोजी मिल जाए, कोई खाने को मिल जाए। वो कहते कटोरा अगे कर, पर मैं अपनी जिंदगी महापुरखों देखे ने, चाहे कोई महापुरख पूरा या कोई महापुरख इस मार्ग से तुरिया, महात्मा तो महात्मा ही है। एक बारी कह दे वहरू, जेड़ा बच्चा स्कूल च पढ़ता है, आई कहते ये बच्चा माफ करना गुरु की संगत नर्सरी का स्टूडेंट है, ये पहली का स्टूडेंट है, दूसरी का स्टूडेंट है, 10वीं का स्टूडेंट है, ये BA का स्टूडेंट है, MA का स्टूडेंट है। वो विद्यार्थी ते विद्यार्थी है, जेड़ा संत मार्ग ते चल पिया, संत ते संत ही है। खालसा जी चाकू कुछ भी है तुर जो पिया गुरु की संगत। महात्मा ने लख जगाई, उन्हें क्या कटोरा अगे कर। पान चबते चबते उस वेसवा ने महात्मा दे कटोरे दे विच थुक दिता। बड़ी औखी गल है, जद सानू पैंदी ना पता फिर लगता है। अपनी निंदा जरनी औखी है, अपनी निंदा सहनी औखी है, पर दूजे दी वडियाई जरनी महापुरखों बड़ी औखी। उन्हें आखिया बहन जे खैर नहीं पाउणी सी ते मेरे कटोरे च थुकण दी की लोड़ सी। कोल ओहदा माफ करन महात्मा गली च जा रहे ने, उस वेसवा दा यार बैठा ते वेसवा कहंदी है, ओ जो संत तुरिया जांदा ना, ओने मैनू बुरा भला किया। हालांकि महात्मा ने कुछ नहीं सी किया। ओ चबारे तो उतर के ते दो चरना साध संगत जी महात्मा दे डंडे मार गया। बाबा नानक ने आख्या सी, परमेश्वर कहंदा जदों मेरे कोई संत दी निंदा करदा है, मेरे कोई नाम जपण वाले दी निंदा करदा है, मेरे नाम जपण वाले दा दिल दिखांदा है, परमेश्वर कहंदा मेरे मत्थे दे विच गोली लगदी है। एवें थोड़ा के संत जना को मत कोई दिंदो, मत संत जना को मत कोई निंदो। संत राम है एक, उन्हें 5-7 डंडे मारे ते चला गया। उस फकीर ने काश वाल मुंह करके क्या खुदावंद जे मैनू तो कोई गल नहीं, जे तेरे संतां भगतां दी इसे तरह ही निंदा हुंदी रही ते तेरा नाम कौन जपेगा। मैनू गल याद आई जो ध्रुव दी मां ने कहंदे ध्रुव दे चपेड़ मारी ना मूंह ते। उस वेले भगवान देवतियां दे विच ना दरबार ला के बैठा सी, मां दे चपेड़ मारन नाल
ਜਿਹੜੀ ਚਪੇੜ ਨਾਲ ਕੁਝ ਧਰੂ ਦੀ ਅੱਖ ਤੇ ਵੱਜ ਗਈ। ਜਾਣਦੇ ਹੀ ਅੱਖ ਤੇ ਚਪੇੜ ਵੱਜੀ ਤੇ ਤੂੰ ਗੁਰੂ ਕੀ ਸੰਗਤ ਕੁਝ 2-3 ਹੰਝੂ ਤੁਰੇ ਨੇ। ਉਧਰ ਪਰਮੇਸ਼ਰ ਬੈਠਾ ਆਪਣੀ ਅੱਖ ਤੇ ਹੱਥ ਰੱਖੇ, ਮੱਥੇ ਤੇ ਹੱਥ ਰੱਖ ਕੇ ਆਖਿਆ ਉਹ ਇਹ ਕੀ ਹੋ ਗਿਆ? ਇੱਕ ਵਾਰੀ ਕਹਿ ਦਿਓ। ਬਾਣੀ ਪੜ੍ਹਦੇ ਆ, ਬੋਲਦੇ ਨਹੀਂ। ਸੰਤਨ ਦੁੱਖ ਪਾਏ ਤੇ ਪਰਮੇਸ਼ਰ ਕਹਿੰਦਾ ਜਦੋਂ ਮੇਰਾ ਸੰਤ ਦੁਖੀ ਹੁੰਦਾ ਮੈਂ ਵੀ ਦੁਖੀ ਹੋ ਜਾਂਦਾ। ਮੈਂ ਸੋਚਦਾ ਇਹਨੂੰ ਸੁਖੀ ਕਿਵੇਂ ਕਰਨਾ। ਮਹਾਤਮਾ ਨੇ ਉੱਪਰ ਨੂੰ ਝਾਕਿਆ, ਕਿਸੇ ਗੈਬੀ ਰੂਹ ਨੇ ਉਸ ਵੇਸਵਾ ਦੇ ਯਾਰ ਨੂੰ ਚਬਾਰੇ ਤੋਂ ਬੈਠੇ ਨੂੰ ਚੁੱਕ ਕੇ ਗਲੀ ਦੇ ਵਿੱਚ ਮਾਰਿਆ ਤੇ ਉਹਦੀ ਮੌਤ ਹੋ ਗਈ। ਰੌਲਾ ਪੈ ਗਿਆ, ਬਾਜ਼ਾਰ ਸੀ, ਗਲੀ ਸੀ, ਸ਼ਹਿਰ ਸੀ। ਇਹ ਮਰ ਗਿਆ, ਬੰਦਾ ਮਰ ਗਿਆ, ਚਬਾਰੇ ਡੇਕ ਕੇ ਮਰ ਗਿਆ ਮਾਫ ਕਰਨਾ। ਤੇ ਉਧਰੋਂ ਉਹ ਵੇਸਵਾ ਵੀ ਉਤਰੀ ਥੱਲੇ, ਲੋਕ ਦੇਖ ਰਹੇ ਸਨ। ਮਾਫ ਕਰਨਾ, ਲੋਕ ਪੁੱਛਦੇ ਕੀ ਹੋ ਗਿਆ? ਕਹਿੰਦੀ ਇਸ ਸੰਤ ਨੇ ਕੀਤਾ ਇਹਨੂੰ ਕੁਛ, ਇਸ ਸੰਤ ਨੇ ਕੁਝ ਕੀਤਾ ਇਹਨੂੰ, ਮੇਰੇ ਯਾਰ ਨੂੰ ਤਾਂ ਹੀ ਮਰਿਆ। ਉਸ ਸਮੇਂ ਮਹਾਤਮਾ ਨੇ ਇੱਕ ਸ਼ਲੋਕ ਬੋਲਿਆ, ਮਾਫ ਕਰਨਾ ਗੁਰੂ ਕੀ ਸੰਗਤ। ਇੱਕ ਸ਼ਲੋਕ ਬੋਲਿਆ, ਆਖਿਆ ਬਹਿਨ ਗੱਲ ਸੁਣ, ਤੇਰੇ ਯਾਰ ਕੋ ਤੇਰੀ ਹਮਾਇਤ ਥੀ। ਜਿਵੇਂ ਤੇਰਾ ਯਾਰ ਨਾ, ਦਸਵੇਂ ਪਾਤਸ਼ਾਹ ਨੇ ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਯਾਰੜੇ ਸ਼ਬਦ ਵਰਤਿਆ। ਤੇਰੇ ਯਾਰ ਕੋ ਤੇਰੀ ਹਮਾਇਤ ਥੀ। ਜਿਵੇਂ ਤੇਰਾ ਯਾਰ ਤੇਰੀ ਬਦਨਾਮੀ ਨਹੀਂ ਕਰ ਸਕਿਆ, ਬੇਇੱਜ਼ਤੀ ਨਹੀਂ ਕਰ ਸਕਿਆ। तेरे यार को तेरी हिमायत थी, मेरे यार को मेरी रियायत थी। इवें मेरा यार भी ना मेरी बेइज्जती नहीं सह सके। मेरे यार को मेरी रियायत थी। तेरा यार आया तो डंडा चला गया, मेरा यार आया तो झगड़ा मुका गया, स्यापा ही बढ़ गया। तेरा यार आया तो झगड़ा मुका गया, मेरा यार आया तो झगड़ा मिटा गया। कहता मैं तो क्या कुछ नहीं, अब तू बहन अपने घर जा, अब तू बहन अपने घर यार। माफ करना यारों, यारों की यार जाने, यारों की यार जाने, हमें तुम्हें क्या। ਇਹਦੇ ਯਾਰਾਂ ਯਾਰਾਂ ਦੀ ਲੜਾਈ ਹੈ, ਇਹਨੂੰ ਤੇ ਮੈਨੂੰ ਤੇ ਗਿਲਾ ਹੀ ਨਹੀਂ ਕਰਨਾ ਚਾਹੀਦਾ। ਮਾਫ ਕਰਨਾ ਗੁਰੂ ਕੇ ਸੰਗਤ ਮੈਂ ਭਾਰਦਾ ਜੰਗ। ਕਹਿੰਦੇ ਨੇ ਕਿ ਮਾਫ ਕਰਨਾ ਕਰਨ। ਗੁਰੂ ਕੇ ਸੰਗਤ ਜੰਗ ਦੇ ਮੈਦਾਨ ਵਿੱਚ ਬਾਣਾ ਦੀ ਵਰਖਾ ਕਰੀ ਜਾਂਦਾ ਸੀ। ਪਰ ਸੁਣਨ ਵਾਲੀ ਗੱਲ ਹੈ, ਇੱਕ ਵਾਰੀ ਕਹਿ ਦਿਓ, ਕਿਸੇ ਸੰਤ ਦੀ ਨਿੰਦਾ ਕਰਨ ਤੋਂ ਪਹਿਲਾਂ ਨਾ ਸੋਚ ਲਿਓ। ਪਹਿਲਾਂ ਜਦੋਂ ਕਰਨ ਨਾ ਬਾਣਾ ਦੀ ਵਰਖਾ ਕਰੀ ਜਾਂਦਾ ਸੀ, ਦੁਰਯੋਧਨ ਖੁਸ਼ ਹੋ ਰਿਹਾ ਸੀ। ਪਿਤਾਮਾ ਜੀ, पितामा जी मैं कब सुन लूं, वो वक्त कब आएगा जब मैं ये सुन लूं कि कर्ण, ये सुन लूं कि दुर्योधन तू जीत गया। भीष्म पितामह जंग के मैदान में बाणा की बरखा करी जाता सी, उधर कर्ण करी जाता सी। आख्या पितामह जी मैं वो वक्त कब आएगा जब ये सुन लो कि दुर्योधन तू जीत गया। इत्थे माफ करना, भीष्म पितामह ने एक बहुत बड़ी गल कही है। आख्या बेटा दुर्योधन मैं लड़ने में कसर नहीं छोड़ूंगा, लड़ने में मैं कसर छोड़ूंगा भी नहीं और पूरे जोर से लड़ूंगा। पर उधर वेख अर्जुन दे रहते कौन खड़ा है, भाई कह दो बहरू उधर मार जाती अर्जुन दे रथ ते कौन खड़ा है, त्रिलोकी नाथ कृष्ण भगवान खड़े ने। माफ करना, निंदा करने तो पहला सोच लियो कि महापुरखों के पिछे कौन खड़ा है। महात्मा के सिर से गुरु नानक दास हुंदा है। एक बारी कह दो यार, मेरे को कोई शब्द नहीं। संत बाबा लश्कर सिंह जी
ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ। ਸੱਚ ਕਰਕੇ ਜਾਣਿਓ, ਮੇਰਾ ਕੋਈ ਵੀ ਪ੍ਰੋਗਰਾਮ ਅੱਜ ਹੁੰਦਾ ਮੈਂ ਕੈਂਸਲ ਕਰ ਦੇਣਾ ਸੀ। ਮੇਰੀ ਸਿਹਤ ਮੇਰਾ ਸਾਥ ਨਹੀਂ ਸੀ ਦੇ ਸਕੀ। ਮੈਂ ਕਿਹਾ ਨਹੀਂ, ਜਾਣਾ ਜ਼ਰੂਰ ਹੈ ਕਿ ਮਹਾਂਪੁਰਖਾਂ ਨੇ ਪਿਛਲੀ ਵਾਰੀ ਵੀ ਕਿਹਾ ਸੀ, ਸੇਵਾਦਾਰਾਂ ਨੇ ਫਿਰ ਕਿਹਾ। ਮੈਂ ਕਿਹਾ ਇਸ ਵਾਰੀ ਜ਼ਰੂਰ ਜਾਣਾ ਹੈ। ਟੁੱਟੇ ਕੱਚ ਦਾ ਤੇ ਟੁੱਟੇ ਪਿਆਰ ਦਾ ਕੁਝ ਨਹੀਂ ਰਹਿੰਦਾ। ਇੰਨੇ ਕੁ ਬਚਨ ਪਰਿਵਾਰ ਪ੍ਰਵਾਨ ਕਰੋ। ਮੈਂ ਸੰਗਤ ਨੂੰ ਬੇਨਤੀ ਕਰੂੰਗਾ, ਤੁਸੀਂ ਮਹਾਂਪੁਰਖਾਂ ਦੀ ਸੰਗਤ ਕਰਿਆ ਕਰੋ, ਇਹਨਾਂ ਦੀ ਸੇਵਾ ਕਰਿਆ ਕਰੋ। ਕਈ ਵਾਰੀ ਤੇ ਅਸੀਂ ਸੰਤੀ ਟੈਸਟ ਕਰਦੇ ਫਿਰਦੇ ਹਾਂ। ਇੱਕ ਵਾਰੀ ਕਹਿ ਦਿਓ ਵੈਰ ਉਹ ਫਲਾਣਾ ਸੰਤ ਵੱਡਾ, ਉਹ ਫਲਾਣਾ ਸੰਤ ਵੱਡਾ। ਮਾਫ ਕਰਨਾ ਗੱਲਾਂ ਛੱਡ ਕੇ ਫਿਰ ਜੁੜੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ। ਫਿਰ ਕਰਿਆ ਕਰੋ ਸੰਗਤ। ਇੱਕ ਉੱਪਰ ਜਿਸ ਜਨ ਕੀ ਕਾਸਾ ਤਿਸ ਕੀ ਕਟਿਆ, ਜਮ ਕੀ ਫਾਸਾ। ਸਮਾਂ ਲੱਗ ਗਿਆ, ਰਹਿੰਦੀਆਂ ਕਸਰਾਂ ਕੱਲ ਦੇ ਦਿਮਾਗ ਵਿੱਚ ਕੀਤੀਆਂ ਜਾਣਗੀਆਂ। ਜਿਨ੍ਹਾਂ ਨੇ ਨਾਮ ਜਪਿਆ ਕਿਵੇਂ ਹੱਸ ਹੱਸ ਕੇ ਸੰਸਾਰ ਛੱਡ ਕੇ ਗਏ ਨੇ। ਮਾਫ ਕਰਨਾ ਇਹਨੇ ਅਕਸ਼ਰ ਪ੍ਰਮਾਣ ਦਾਸ। ਹੁਣ ਸੰਗਤ ਪਾਸੋਂ ਮਹਾਂਪੁਰਖਾਂ ਪਾਸੋਂ ਸਾਧ ਸੰਗਤ ਜੀ ਆਗਿਆ ਲਵੇਗਾ ਤੇ ਕੱਲ ਨੂੰ ਤੁਹਾਨੂੰ ਜ਼ਰੂਰ ਟਾਈਮ ਦਿੱਤਾ ਜਾਵੇਗਾ। ਭਾਵੇਂ ਅੱਧਾ ਘੰਟਾ ਹੀ ਸੰਗਤ ਦੇ ਦਰਸ਼ਨ ਕਰੀਏ, ਅਸੀਂ ਜ਼ਰੂਰ ਬੈਠਾਂਗੇ। ਬੁਲਾਓ ਫਤਿਹ ਜੀ। ਫਤਿਹ ਦਾ ਜਵਾਬ ਫਤਿਹ 'ਚ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਮਜ਼ਾ ਆਇਆ ਨਹੀਂ? ਸਾਡੇ ਕੋਲ ਸਿੰਘ ਢੋਲਕੀ ਕਹੀ ਜਾਂਦੇ, ਇਹਦੇ ਤਾਲ ਬੋਲੇ ਹੋ ਜਾਂਦੇ ਨੇ। ਇਹ ਛਟਾਕੀ ਆਟਾ ਲੈ ਕੇ ਤੇ ਪੁੜਾਂ ਤੇ ਲਾ ਦਿੰਦੇ ਨੇ ਤੇ ਫਿਰ ਇਹਦੀ ਆਵਾਜ਼ ਢੋਲਕੀ ਦੀ ਮਾਫ ਕਰਨਾ ਕਿੱਥੇ ਤੱਕ ਜਾਂਦੀ ਹੈ? ਮਾਫ ਕਰਨਾ 2-2 ਕਿੱਲੇ ਤੱਕ। ਤੇ ਇੱਕ ਢੋਲਕੀ ਤੇ ਛਟਾਕੀ ਆਟਾ ਲੱਗਿਆ ਤੇ ਆਵਾਜ਼ ਗਈ ਕਿੱਲੇ ਕਿੱਲੇ ਤੱਕ। ਤੇ ਸਾਡੇ ਤੇ ਐਸਾ ਕੋਈ ਨਹੀਂ ਹੋਣਾ ਜਿਹੜਾ ਰੋਜ਼ ਦਾ ਕਿਲੋ ਆਟਾ ਨਾ ਖਾਂਦਾ ਹੋਵੇ। ਤੇ ਸਾਡੀ ਆਵਾਜ਼ ਤੇ ਦਰਬਾਰ ਸਾਹਿਬ ਜੀ ਨੂੰ ਗਈ, ਬਾਹਰ ਨਹੀਂ ਗਈ। ਤੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਨੰਦੋਤ ਬੰਧਨ ਅਨੁਕਮਾ ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਤੇ ਕਰ ਹੱਥ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸਾਧੂ ਨਿਜ ਦੇ ਔਖੇ ਵੇਲੇ ਦਾ ਗਹਿਣਾ। ਸਾਧੂ ਨਿਜ ਦੇ ਔਖੇ ਵੇਲੇ ਦਾ ਗਹਿਣਾ। ਸਾਧੂ ਨਿਜ ਸਾਧੂ ਨਿਜ ਦੇ ਔਖੇ ਵੇਲੇ ਦਾ ਗਹਿਣਾ। ਸਾਧੂ ਨਿਜ ਦੇ ਔਖੇ ਵੇਲੇ ਦਾ ਗਹਿਣਾ। ਸਾਧੂ ਨਿਜ ਦੇ
ਵੇਲੇ ਨਾ ਗਹਿਣਾ ਵੇਲੇ ਨਾ ਗਹਿਣਾ ਔਖੇ ਵੇਲੇ ਨਾ ਗਹਿਣਾ ਵੇਲੇ ਨਾ ਗਹਿਣਾ ਔਖੇ ਵੇਲੇ ਦਾ ਗਹਿਣਾ ਵੇਲੇ ਨਾ ਗਹਿਣਾ ਔਖੇ ਵੇਲੇ ਨਾ ਗਹਿਣਾ ਔਖੇ ਵੇਲੇ ਨਾ ਗਹਿਣਾ ਸਾਧੂ ਨੇ ਜੰਦੇ ਔਖੇ ਵੇਲੇ ਨਾ ਗਹਿਣਾ ਸਾਧੂ ਨੇ ਜੰਦੇ ਔਖੇ ਵੇਲੇ ਨਾ ਗਹਿਣਾ ਸਾਧੂ हम संतन की रेण प्यारे हम संतन की शरण संत हमारी ओट सताणी संत हमारा गहना हम संतन सो बन आई पूरब लिखिया पाई एह मन तेरा भाई एह मन तेरा भाई संतन स्यो मेरी लेवा देवी संतन स्यो व्यवहार संतन स्यो हम लहा खाटिया हर भगत परे संतन स्यो हम पूंजी सौंपी संतन स्यो हम धर्म राय अब कहा करे जो फाटे हो सब लो लेखा महा आनंद पै सुख पाया संतन कह प्रसाद कहो नानक हर स्यो मन मानिया रंग बसे मान ते सन्मान योग सतगुरां दी साजी राजी गुरु खालसा साध संग जीओ सतगुरां दी महान किरपा दा सदका जो कि आप जी रात्रि के दीवान विच जिन्हां महापुरखां दीयां कमाईयां दा सदका ये जो धरती है सदियां दी उड़ीकां विच बैठी हुई सी कोई रब दा प्यारा आवे जो कई सदियां तो सीना सड़दा सी धरती दा
ਉਸ ਨੂੰ ਸ਼ਾਂਤੀ ਵਾਸਤੇ ਅਰਦਾਸਾਂ ਕਰਦੀ ਰਹਿੰਦੀ ਸੀ। ਧਰਤੀਆਂ ਪੁਕਾਰਾਂ ਕਰਦੀਆਂ ਨੇ ਜੋ ਤੋਂ ਸੰਸਾਰ ਚੱਲਿਆ। ਸਮੇਂ ਸਮੇਂ ਅਨੁਸਾਰ ਮਹਾਂਪੁਰਖ ਰਿਸ਼ੀ ਮੁਨੀ ਮਹਾਤਮਾ ਗੁਰੂ ਪੀਰ ਸੂਰਮੇ ਵੀ ਧਰਤੀ ਦੀਆਂ ਪੁਕਾਰਾਂ ਸੁਣ ਕੇ ਆਉਂਦੇ ਰਹੇ। ਇਹ ਧਰਤੀ ਦੀਆਂ ਪੁਕਾਰਾਂ ਪਰਮੇਸ਼ਰ ਦਰ ਤੇ ਪਹੁੰਚੀਆਂ। ਪਰਮੇਸ਼ਰ ਨੇ ਆਪਣੇ ਪਿਆਰਿਆਂ ਦੀ ਡਿਊਟੀ ਲਾਈ ਹੋਈ ਹੈ ਸੰਸਾਰ ਤੇ, ਧਰਤੀ ਦੀਆਂ ਪੁਕਾਰਾਂ ਸੁਣਨ ਵਾਸਤੇ, ਜੀਵਾਂ ਦੀਆਂ ਪੁਕਾਰਾਂ ਸੁਣਨ ਵਾਸਤੇ। ਤੋ ਜੋ ਕਿ ਉਸ ਪਰਮੇਸ਼ਰ ਦਾ ਰੂਪ ਹੋਰ ਬੜੇ ਮਹਾਂਪੁਰਖਾਂ ਸੰਗ ਕਰ ਕਰਕੇ ਜੋ ਸੰਤਾਂ ਦੇ ਕੋਲੋਂ ਉਪਦੇਸ਼ ਸੁਣਿਆ, ਜੋ ਉਹਨਾਂ ਨੇ ਕਿਹਾ ਕਮਾਇਆ, ਸੁਣ ਕੇ ਇੰਨਾ ਕਮਾਇਆ ਵੀ ਆਪਣੇ ਮਹਾਂਪੁਰਖਾਂ ਦੀਆਂ ਇੰਨੀਆਂ ਖੁਸ਼ੀਆਂ ਲੈ ਲਈਆਂ, ਉਹਨਾਂ ਦਾ ਰੂਪ ਨੂੰ ਹੋਰ ਬੜੇ। ਧੰਨ ਧੰਨ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ, ਜਿਨ੍ਹਾਂ ਦੇ ਨਾਮ ਲੈਣ ਦੇ ਨਾਲ ਰਸਨਾ ਪੁੱਤਰ ਹੋ ਜਾਂਦੀ ਹੈ। ਆਪ ਜੀ ਨੇ ਇਸ ਧਰਤੀ ਤੇ ਮੁਬਾਰਕ ਚਰਨ ਪਰਸ ਕੇ ਜੋ ਸਤਿਗੁਰਾਂ ਦਾ ਬਚਨ ਹੈ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, 68 ਤੀਰਥ ਤੇ ਸਾਧ ਭਗਤ ਰਹਿ। ਜਿੱਥੇ ਰੱਬ ਦੇ ਪਿਆਰੇ ਪੂਰ ਮਹਾਤਮਾ ਆਪਣੇ ਆਣ ਕੇ ਚਰਨ ਪਰਸ ਦੇਣ, ਕਰੋੜਾਂ ਗੰਗਾ ਦੇ 68 ਤੀਰਥਾਂ ਦਾ ਉੱਥੇ ਵਸਾ ਹੋ ਜਾਂਦਾ ਹੈ। ਇਸ ਉਜਾੜ ਨੂੰ ਮੁਬਾਰਕ ਚਰਨ ਪਰਸ ਕੇ ਇੱਕ ਇਹੋ ਜਿਹਾ ਤੀਰਥ ਪ੍ਰਕਾਸ਼ ਕੀਤਾ ਮਹਾਂਪੁਰਖਾਂ ਨੇ, ਤੋ ਲਾ ਲੈਣਾ ਸਾਡਾ ਫਰਜ਼ ਹੈ। ਰੱਬ ਦੇ ਪਿਆਰਿਆਂ ਨੇ ਹਰ ਤਰ੍ਹਾਂ ਦੇ ਨਾਲ ਗਰਮੀਆਂ ਸਰਦੀਆਂ ਸਹਿ ਕੇ ਦੂਰੋਂ ਦੂਰੋਂ ਆ ਕੇ ਧਰਤੀ ਦੀਆਂ ਪੁਕਾਰਾਂ ਸੁਣੀਆਂ। ਜਿਵੇਂ ਆਪਾਂ ਸਾਰੇ ਸੰਗਤਾਂ ਮਿਲ ਕੇ ਮਹਾਂਪੁਰਖਾਂ ਨੂੰ ਬੇਨਤੀ ਕਰੀ ਵੀ ਤੁਸੀਂ ਵੀ ਇੱਥੇ ਇਲਾਕੇ ਸੰਗਤਾਂ ਨੂੰ ਦਰਸ਼ਨ ਦਿਓ। ਤੋ ਰੱਬ ਦੇ ਪਿਆਰੇ ਸੰਗਤਾਂ ਦੇ ਪਿਆਰ ਦੇ ਬੰਦੇ ਆਉਂਦੇ ਆ, ਉਹਨਾਂ ਨੂੰ ਵਡਿਆਈਆਂ ਦਾ ਕੋਈ ਵੀ ਇਲਾਜ ਨਹੀਂ ਹੈ, ਜਾਂ ਕੋਈ ਉਹਨਾਂ ਧਨ ਕਮਾਉਣਾ ਜਾਂ ਕਿ ਉਹਨਾਂ ਨੰਬਰ ਬਣਾਉਣੇ ਨਹੀਂ। ਪਰਮੇਸ਼ਰ ਵੱਲੋਂ ਡਿਊਟੀ ਲੱਗੀ ਹੁੰਦੀ ਰੱਬ ਦੇ ਪਿਆਰਿਆਂ ਦੀ। ਤੋ ਸਮੇਂ ਸਮੇਂ ਮਹਾਂਪੁਰਖ ਸਥਾਨ ਤੇ ਆ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣਗੇ। ਸ੍ਰੀਮਾਨ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਜਦੋਂ ਆਪ ਜੀ ਇੱਥੇ ਸਾਥ ਤੇ ਆਏ ਸੀ, ਜੋ ਜੋ ਇਹ ਨਕਸ਼ਾ ਸਾਰਾ ਤਿਆਰ ਕਰਨੇ ਸਾਡੇ ਮਹਾਰਾਜ ਜੀ ਨੂੰ ਬਾਬਾ ਬਾਬੂ ਜੀ ਸਾਰਾ ਕੁਝ ਦੱਸ ਕੇ ਸਨ ਆਪ ਜੀ। ਉਸ ਨਕਸ਼ੇ ਤੇ ਸਾਰੇ ਇਹ ਜੋ ਗੁਰਦੁਆਰਾ ਤਿਆਰ ਹੋ ਰਿਹਾ ਹੈ, ਇਹਨਾਂ ਦ੍ਰਿਸ਼ਟੀ ਇਹਨਾਂ ਸਾਹਮਣੇ ਸਾਰਾ ਕੁਝ ਲਿਖਿਆ ਹੋਇਆ ਜੋ ਨਕਸ਼ਾ ਹੈ ਉਹ ਬਣ ਰਿਹਾ ਹੈ। ਜਦੋਂ ਵੀ ਕੋਈ ਜਗ੍ਹਾ ਆਪਾਂ ਨਵੀਂ ਤਿਆਰ ਕਰਨੀ ਹੁੰਦੀ, ਆਪਣੇ ਮਹਾਂਪੁਰਖਾਂ ਨੂੰ ਬੇਨਤੀ ਕਰੀਦੀ ਹੈ, ਆਪ ਜੀ ਆਪ ਹੀ ਆਣ ਕੇ ਸਾਰੇ ਕਾਰਜ ਆਰੰਭ ਕਰਦੇ, ਫਿਰ ਸੰਪੰਨ ਵੀ ਆਪ ਕਰਦੇ ਹਨ। ਤੋ ਬੜੀ ਕਿਰਪਾ ਸੰਗਤਾਂ ਦਾ ਸਹਿਯੋਗ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਸਾਧ ਸੰਗਤ ਗੁਰੂ ਕੀ ਕਿਰਪਾ ਤੇ ਇਹ ਸਥਾਨ ਗੁਰਦੁਆਰਾ ਜੋ ਬੜਾ ਸੁੰਦਰ ਸੰਗਤਾਂ ਨੇ ਹਰ ਇੱਕ ਨੇ ਸਲਾਇਆ ਹੈ, ਇਹ ਸੰਪੰਨ ਹੋਇਆ। ਅੱਗੇ ਵੀ ਸੰਗਤ ਸੇਵਾਵਾਂ ਚੱਲਦੀਆਂ ਰਹਿਣਗੀਆਂ। ਮਹਾਰਾਜ ਕਿਰਪਾ ਕਰ ਸੰਗਤਾਂ ਸੰਜੋਗ ਤੋ ਲਾਹਾ ਸਾਡਾ ਫਰਜ਼ ਹੈ ਸੇਵਾ ਸਿਮਰਨ ਕਰਕੇ। ਜਿਵੇਂ ਆਪ ਜੀ ਹੁਣ ਬੈਠੇ ਸੁਣਿਆ ਸਾਰਿਆਂ ਸੰਗਤਾਂ ਨੇ ਵੀ ਸੇਵਾ ਤੇ ਸਿਮਰਨ ਤੋ ਜਿਹੜੀਆਂ ਗੱਲਾਂ ਆਪਾਂ ਪ੍ਰੇਜ ਕਰਨਾ ਉਹਨਾਂ ਤੋਂ ਆਪ ਜੀ ਹੁਣੇ ਆਪ ਸਾਰੇ ਸੁਣਿਆ ਬੜੇ ਪਿਆਰ ਨਾਲ। ਜਿਹੜਾ ਗੱਲਾਂ ਨੇ ਸਾਨੂੰ ਆਸਾਨ ਕਰ ਦੇਣ ਉਹ ਨਾ ਕਰੀਏ। ਇਸ ਕਰਕੇ ਜੀਵਨ ਦਾ ਆਪਾਂ ਕੋਈ ਲਾਹ ਲੈ ਕੇ ਜੋ ਪਰਲੋਕ ਤੋਂ ਜਾਣਾ, ਕੋਈ ਸਾਡੇ ਪੱਲੇ ਸਿਮਰਨ ਤੇ ਸੇਵਾ ਦੀ ਦਾਤ ਹੋਵੇ, ਅੱਗੇ ਸਤਿਕਾਰ ਨਾਲ ਮਿਲਦਾ ਸੇਵਾ ਸੰਬੰਧ ਕਰਨ ਦੇ ਨਾਲ। ਤੋ ਆਪ ਜੀ ਅੱਜ ਭਾਵੇਂ ਲੇਟ ਤਾਂ ਹੋ ਗਏ ਕਿਉਂਕਿ ਦੂਰੋਂ ਆਏ ਸੀ, ਕਿਉਂਕਿ ਕਾਫੀ ਸਾਲ ਹੋ ਗਏ ਸਾਰੇ ਮਹਾਂਪੁਰਖਾਂ ਦਰਸ਼ਨ ਕਰਦੇ ਆ। ਰਤਵਾੜਾ ਸਾਹਿਬ ਆਪ ਜੀ ਆਮ ਆਉਂਦੇ ਹੁੰਦੇ ਸਨ। ਪੰਜਾਬ ਤਾਂ ਬੜੀ ਕਿਰਪਾ ਜੀ, ਸਮਝੋ ਕਿ ਸੱਚਖੰਡ ਬਣੇ ਹੋਏ ਹਨ। ਸਾਰੇ ਮਹਾਂਪੁਰਖਾਂ ਦੇ ਦੂਜੇ ਜਾਂਦੇ ਉਹ ਉੱਥੇ ਆ ਜਾਂਦੇ ਆ, ਰਲ ਮਿਲ ਕੇ ਸਾਰੇ ਪਿਆਰ ਨਾਲ ਰਹਿੰਦੇ ਆ, ਤਾਂ ਕਥਾ ਕੀਰਤਨ ਪ੍ਰਵਾਹ ਚੱਲਦੇ ਰਹਿੰਦਾ ਹੈ। ਅੱਜ ਸਮਾਂ ਤਾਂ ਦਿੱਤਾ ਸੀ ਆਪ ਜੀ ਨੂੰ, ਇਹਨਾਂ ਨੂੰ ਸ੍ਰੀਮਾਨ ਬਾਬਾ ਮਾਨ ਸਿੰਘ ਜੀ ਨੂੰ ਵੀ 8 ਤੋਂ 11 ਤੱਕ ਲਾਣਗੇ, ਪਰ ਜੋ ਪਹਿਲੀ ਅਵਸਥਾ ਨਹੀਂ ਹੈ ਹੁਣ, ਕਿਉਂ ਆਪਾਂ ਦੇਖਦੇ ਰਹੇ ਨਾ, ਇਹਨਾਂ ਦਾ ਬੋਲ ਹੀ ਇੰਨਾ ਤਕੜਾ ਸੀ। ਤੋ ਸੰਗਤਾਂ ਸਾਹਮਣੇ ਬੈਠਦੀਆਂ ਵੀ ਹਿਲਦੀਆਂ ਨਹੀਂ ਸਨ, ਇਹਨਾਂ ਦਾ ਬੋਲ ਪਿਆਰਾ
ਤੇ ਪਰਵਾਹ ਤੇ ਬਖਸ਼ਿਸ਼ ਸੀ ਮਹਾਂਪੁਰਖਾਂ ਗੁਰੂ ਪੀਰਾਂ ਦੀ। ਪਰ ਹੁਣ ਜਿਹੜੀ ਉਮਰ ਹੈ ਅਵਸਥਾ ਨਾ ਤਿੰਨ ਬਾਲ ਜਵਾਨੀ ਔਰ ਬਿਰਧ तीन अवस्था जान अवस्था होगी बुढ़ापे दी। जिवें आप जी हुण बोलते सी ना इस तरह इन्ना बोल है नहीं सी, पर गल की है कसूर नहीं है, ये बुढ़ापा आ गया। बुढ़ापा सारिਆਂ ते होना है ते बुढ़ापे का असर सारे दा हुंदा है। ਜਿਹੜੇ औजार ने साढ़े शरीर के दंद भी सब छड़ जाते हैं, ਕੰਨ भी सुनो रह जाते हैं, जेबां च बल पैने शुरू हो जाते भावें महापुरख ही हैं, पर जिहड़ी अवस्था परमेश्वर ने दित्ती हुई वो नहीं टलदी हुंदी। क्योंकि काफ़ी समा हो गया महापुरखों दर्शन करते हैं बचन सुनते हैं, तो जी ये अवस्था है आखिरी जी है बुढ़ापा। भावें गुरबाणी बचन है भी गुरमुख बुढ़े कदे ना ही कभी बुढ़े नहीं होंगे, पर जरा शरीर है ਇਹਦਾ ਉਜਾਰ ਜਿਹੜੀ ਤਾਕਤ ਹੈ ਖਤਮ ਹੋ ਜਾਂਦੀ ਹੈ। ਉਹ ਗੱਲਾਂ ਨਹੀਂ ਬਣਦੀਆਂ ਨਹੀਂ ਤੇ ਇਹਨਾਂ ਦੀ ਆਵਾਜ਼ ਜਦੋਂ ਬੋਲਦੇ ਹੁੰਦੇ ਬੜੀ ਦੂਰ ਆਵਾਜ਼ ਆਉਂਦੀ ਤੇ ਆਵਾਜ਼ ਕਦੇ ਬਹਿੰਦੀ ਨਹੀਂ ਸੀ। ਪਰ ਅੱਜ ਤਾਂ ਬੜੇ ਜਿਵੇਂ ਸਮਝੋ ਕਿ ਇੱਥੇ ਜੇ ਆਪਾਂ ਗੱਲ ਕਰੀ ਤਾਂ ਫਿਰ ਮਜ਼ਾਕ ਬਣ ਸਕਦਾ, ਪਰ ਫਿਰ ਵੀ ਆਪ ਜਿਸ ਹਿਸਾਬ ਨਾਲ ਇੰਨਾ ਪੰਧ ਕਰਕੇ ਆਏ ਹਨ, ਸੰਗਤਾਂ ਦਰਸ਼ਨ ਦੇ ਕੇ ਗਏ ਹਨ, ਸੰਗਤਾਂ ਸਾਰੀਆਂ ਖੁਸ਼ੀਆਂ ਨਾਲ ਭਰਪੂਰ ਹੋ ਗਈਆਂ ਕਿ ਸਾਨੂੰ ਮਹਾਂਪੁਰਖਾਂ ਦਰਸ਼ਨ, ਕਿਉਂਕਿ ਕਈਆਂ ਲੋਕਾਂ ਨੇ ਸੰਗਤਾਂ ਦੇ ਦਰਸ਼ਨ ਨਹੀਂ ਸਨ ਕਰੇ। ये जो स्थान है संगतां वास्ते इस करके बनाया भी तो वध चढ़ के रब दे प्यारे आउण संगतां दर्शन दे ते संगतां दा भला होवे। तो रब दे प्यारे सारे संसार दा भले मंगदे आप दा करदे ही करदे हन, संसार ते वो आउंदे दुनिया दा भला करन वास्ते हन। तो आप जी ने भावें मौसम ही बरसात दा है फिर भी आए तो समा 8 तो मेरी सलाह कि आप 11 बजे तक कीर्तन कराइए, पर थक गए टुट गए। तो आप जी 9 बजे आके शुरू किया घंटा, फिर भी उन्होंने दर्शन दिते हैं। तो जो सवेर का समा है मैं सारी संगतां बेनती करा भावें रात का समय, फिर भी संगतां काफ़ी आ गई। मैं तो सोचा नहीं कि संगतां आ जाएगियां, पर बड़ी कृपा संगतां ने बहुत प्यार दिखाया, बड़ी संगतां आ गई। सवेरे उन्होंने समा मैं उन्हें बेनती करी सी कि आप जी 12 तो भावें 2:30 बजे तक करो। अगों उन्होंने खुशी है 2 बजे तक करन या 2:30 बजे तक करन। सवेरे उन्होंने 12 बजे आप जी वो कीर्तन करन आरंभ कर देंगे। तो सारी संगतां मैं बेनती करदा सारे प्यार सहित अपनी सवारियां रही आप ही वध चढ़ के आओ, तो संगतां लेके आओ वध चढ़ के। आप ही संगतां ने लंगर सेवा करनी है, आप ही छकना आप ही छकाउणा है, आप ही कीर्तन सुनना है, आप ही संगतां दा ਆਪਾਂ ਸਾਰਿਆਂ ध्यान रखना है। रल मिल के वध चढ़ के हाजियां भर के सिमरना ला लईए। साडे कोल सारे श्रीमान श्री बाबा बाबू जी बैठे हैं, आप भी सारे संयोग तुम दे रहे हैं, इन्हों का हथ है स्थान से। तो आप महापुरखों दर्शन करते रहिए तो सानू जो जीवन का रस्ता मिलता रहे। यह अरदास करी पर कृपा करो, जेकर जिंदगी है तो अपने प्यारों का ही मिलाप कराओ और धारना पढ़िए। फिर आप समाप्ति करते हैं। हे रंबा बेर भी मिला दे किते मेले एहो जे प्यारियां दे, रंबा फिर भी मिला भी मेले एहो जे प्यारियां दे। वही रंबा फिर भी एहो जे प्यारियां रब्बा फिर भी पिला दी किते मिले एहो जे प्यारियां दे, फिर भी करा दे मिले एहो जे प्यारियां दे। वही रब्बा
ਇਹੋ ਜਿਹੇ ਜੀ ਪਿਆਰਿਆਂ ਦੇ, ਓ ਇਹੋ ਜਿਹੇ ਜੀ ਪਿਆਰਿਆਂ ਦੇ। फिर भी करा दमी मेले, हाँ फिर भी करा दी किते मेले। रम्मा फिर भी करा दी किते मेले, एहो जे प्यारियां दे। फिर भी करा दी मेले, एहो जे प्यारियां दे। वही रब्बा ਇਹ ਅਰਦਾਸ ਆਪਾਂ ਸਾਰਿਆਂ ਕਰਨੀ ਹੈ। ਸਤਿਗੁਰੂ ਦੀ ਬਾਣੀ ਜੋ ਬਾਰ-ਬਾਰ ਸਾਨੂੰ ਉਪਦੇਸ਼ ਕਰਦੀ ਹੈ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ। ਸਰਨ ਵਿੱਚ ਆਉਣੇ ਪਵੇਗਾ, ਭਾਵੇਂ ਕਿੰਨੇ ਜਨਮ ਧਾਰਨ ਕਰ ਲਓ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਬਿਨਾ ਸੰਗਤ ਤੋਂ ਕਦੇ ਵੀ ਜੀਵ ਨੂੰ ਰਸਤਾ ਨਹੀਂ ਮਿਲਣਾ। ਇਹ ਰੱਬ ਦੇ ਪਿਆਰੇ ਹੀ ਤਾਂ ਸਭ ਜਿਹੜੇ ਆਪ ਤਲੇ ਹੋਏ ਹਨ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਜਿੱਥੇ ਕੋਈ ਨਾ ਹੋਵੇ ਫਿਰ ਰੱਬ ਦੇ ਪਿਆਰੇ ਆਣ ਕੇ ਬਾਂਹ ਫੜਾ ਕੇ ਸਾਨੂੰ ਬੰਨੇ ਕਰ ਦਿੰਦੇ ਆ। ਇਸ ਕਰਕੇ ਅਰਦਾਸ ਕਰੀਏ। ਤੁਸੀਂ ਇੰਨੀਆਂ ਬੇਨਤੀਆਂ ਪ੍ਰਵਾਨ ਤੋ ਸਵੇਰੇ ਸਮੇਂ ਸੰਸਾਰੀ ਸੰਗਤਾਂ ਨੂੰ ਬੇਨਤੀ ਆ ਆਪ ਜੀ ਜੋ ਲੰਗਰ ਦੀਆਂ ਤਿਆਰੀਆਂ ਕਰਨੀਆਂ ਹਨ, ਜੋ ਸਵਾਰੀਆਂ ਜੋ ਕਿ ਜਗ੍ਹਾ ਸਾਰ ਧਾਨ ਲਗੇ ਹੋਣ, ਤੁਸੀਂ ਆਪਾਂ ਹੀ ਸਾਰੇ ਮਿਲ ਕੇ ਸਵਾਰੀਆਂ ਵੀ ਟਿਕਾਣੇ ਸੇ ਲਾਣੀਆਂ, ਜਿਹੜੀ ਕਿ ਰਾਹ ਨਾ ਬੰਦ ਹੋਵੇ। ਤੋ ਸਾਰੇ ਸਮੇਂ ਸਿਰ ਸਾਰੇ ਭਾਈ ਵੀ ਆਵੋ ਤੇ ਮਾਤਾਵਾਂ ਭੈਣਾਂ ਨੂੰ ਬੇਨਤੀ ਸਾਰੇ ਪਿਆਰ ਨਾਲ ਸਵੇਰੇ ਸਮੇਂ ਸਿਰ ਆ ਜਿਓ। ਜੋ ਲੰਗਰ ਤਿਆਰ ਹੋ ਜਾਵੇ ਤੇ ਜਿਹੜੀਆਂ ਗੱਡੀਆਂ ਰਾਹ ਲਾ ਦਿੰਦੇ ਹਨ ਉਹ ਵੀ ਆਪਾਂ ਸਾਈਡ ਤੇ ਲਾ ਕੇ ਜਾ ਕੇ ਕਿਸੇ ਨੂੰ ਦਿੱਕਤ ਨਾ ਹੋਵੇ। ਜੋੜਿਆਂ ਦੀ ਸੇਵਾ ਕਰਨੀ ਹੈ ਜਾਂ ਮੋਟਰਸਾਈਕਲਾਂ ਦੀ ਸੇਵਾ, ਉਹ ਸਾਰਾ ਰਲ ਮਿਲ ਕੇ ਕਰਨੀ ਹੈ। ਬਾਹਰੋਂ ਕਿਸੇ ਨਹੀਂ ਆਉਣਾ, ਅਸੀਂ ਆਪ ਹੀ ਸੇਵਾ ਕਰਨੀ, ਆਪ ਹੀ ਸੰਗਤਾਂ ਨੂੰ ਸੰਭਾਲਣਾ ਹੈ। ਤਾਂ ਆਪਾਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਲੈ ਸਕੀਏ। ਜੇਕਰ ਰੱਬ ਦੇ ਪਿਆਰ ਖੁਸ਼ ਹੋ ਜਾਂਦੇ ਹਨ, ਰੱਬ ਵੀ ਖੁਸ਼ ਹੋ ਜਾਂਦਾ ਹੈ। ਇਸ ਕਰ ਇਹ ਬੇਨਤੀ ਹਨ। ਸੋ ਹੁਣ ਆਪਾਂ ਆਨੰਦ ਸਾਹਿਬ ਪੜ੍ਹੀਏ, ਫਿਰ ਅਰਦਾਸ, ਫਿਰ ਹੁਕਮਨਾਮਾ, ਫਿਰ ਪ੍ਰਸਾਦ ਵਰਤੇਗਾ, ਫਿਰ ਆਪਾਂ ਲੰਗਰ ਪਾਣੀ ਛਕ ਕੇ ਘਰਾਂ ਚਾਲੇ ਪਾਉਣੇ ਹਨ। ਤੋ ਫਿਰ ਦੁਬਾਰਾ ਬੇਨਤੀ ਵੀ ਮਹਾਂਪੁਰਖਾਂ ਜੋ ਸਮਾਂ ਸਵੇਰੇ ਉਹਨਾਂ 12 ਤੋਂ ਆਣ ਕੇ ਸ਼ੁਰੂ ਕਰ ਦੇਣਾ ਦੀਵਾਨ। ਸਾਰੀ ਸੰਗਤਾਂ ਬੇਨਤੀ ਹੈ 12 ਵਜੇ ਉਹਨਾਂ ਨੇ ਆਣ ਕੇ ਫਿਰ ਦੀਵਾਨ ਸ਼ੁਰੂ ਕਰ ਦੇਣਾ। ਭਾਵੇਂ ਉਹਨਾਂ ਦੀ ਮਰਜ਼ੀ ਹੈ, ਸਿਹਤ ਭਾਵੇਂ ਥੋੜੀ ਉਹਨਾਂ ਢਿੱਲੀ ਹੈ ਕਾਫੀ, ਇਹ ਪਹਿਲੇ ਨਹੀਂ ਇਹਨਾਂ ਦੀ। ਇੱਕ ਆਪਾਂ ਦੇਖਦੇ ਰਹੇ ਹਾਂ, ਇਹ ਤਾਂ ਬੋਲਦੇ ਥੱਕਦੇ ਨਹੀਂ ਸੀ ਹੁੰਦੇ, ਫਿਰ ਇਹਨਾਂ ਦੀ ਆਵਾਜ਼ ਬੜੀ ਉੱਚੀ ਬਹਿੰਦੀ ਵੀ ਨਹੀਂ ਸੀ ਹੁੰਦੀ। ਕਿਰਪਾ ਰੱਬ ਦੇ ਪਿਆਰੇ ਨੇ ਹੁੰਦੀ ਹੈ, ਉਹ ਫਿਰ ਰੱਬ ਦੇ ਪਿਆਰੇ ਸੰਭਾਲ ਕੇ ਰੱਖਦੇ ਹਨ। ਤੋ ਸਾਨੂੰ ਜੋੜਨ ਵਾਸਤੇ ਆਉਂਦੇ ਦੂਰੋਂ ਦੂਰ, ਉਹਨਾਂ ਨੂੰ ਕੀ ਲਾਲਚ, ਕੋਈ ਲਾਲਚ ਨਹੀਂ ਹੈ। ਸਾਡੇ ਜੀਵਾਂ ਵਾਸਤੇ ਆਉਂਦੇ ਹਨ, ਸਾਡੇ ਭਲੇ ਵਾਸਤੇ ਆਉਂਦੇ ਹਨ। ਕਰਕੇ ਸਵੇਰੇ ਸਮੇਂ ਸਿਰ ਆ ਜਿਓ, ਯਾਨੀ 11 ਵਜੇ 11:30 ਵਜੇ ਪੌਣੇ 11 ਵਜੇ ਤੱਕ ਆਪਾਂ ਮਹਾਰਾਜ ਦਾ ਪ੍ਰਕਾਸ਼ ਕਰਕੇ ਆਰੰਭ ਕਰ ਦੇਵਾਂਗੇ। ਤੇ 12 ਵਜੇ ਮਹਾਂਪੁਰਖ ਆਣ ਕੇ ਆਰੰਭ ਕੀਰਤਨ ਕਰਨਗੇ। ਹੁਣ ਜਿਹਨੇ ਆਪ ਜੀ ਬੈਠੇ ਹੋ ਨਾ ਸੱਚ ਬੋਲੀਏ, ਸਾਰੇ ਪਿਆਰ ਨਾਲ ਜਿਹਨੇ ਆਪ ਜੀ ਬੈਠੇ ਹੋ ਪਿਆਰ ਨਾਲ ਬੋਲੋ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
सब दूतां गाओ हरि केरा मन जिनी बसाया। हर नाल रहो तू मन मेरे दुख सब विसारना। कह नानक मन मेरे सदा रहो हर नाले। सदा सुध सलाह तेरी नाम मन वसावे। साचा नाम मेरा आधार, साचा नाम आधार मेरा। दिन भुखा सब गुमाइया पर साथ। कह नानक सुनो संत सब तरो प्यारो साचा। पंचदूत तो दवास कीते काल कंटक मारया। आनंद सुनो वड भागी हो सगल मनोरथ पूरे। संत साजन पै सर से गोरे गुर ते जानी। लोक पवन गुरु पाणी पिता माता तरत महत। कर्मी आपो अपनी के नेड़े के दूर। बोलो वाहिगुरु जी का खालसा वाहिगुरु जी की फतेह। बोलो वाहिगुरु जी का खालसा वाहिगुरु जी की। वाहिगुरु जी का खालसा वाहिगुरु जी की फतेह। तू ठाकुर तुम पहरदा जियो पिंड सब। तुम मात पिता हम सुख कनेरे कोई न। जा भगवंत सगल तुदे आगे अरदास। कहो नानक सब वाहिगुरु वाहिगुरु वाहिगुरु। ਸਰਬੱਤ ਸੰਗਤ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠਾ ਸਭ ਦੁਖ ਜਾਏ।
ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿਆਵੈ ਧਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਮਗਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਬੋਲੋ ਜੀ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ। ਨਾਮ ਜਪਿਆ ਜਿਨ੍ਹਾਂ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕਣਦਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੈ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਤਾਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਗੁਰਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਹਿਤ। ਦੇਗ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੀ ਬੋਲ ਬਾਲੇ ਬੋਲਾਂ ਜੀ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ। ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ। ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੀ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲਾਂ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ। ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ। ਨਿਆਸਰਾ ਨਿਆਸਰਾ ਬਖਸ਼ਣ ਵਾਲੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਪਵਿੱਤਰ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ। ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਅਲੌਰਾ ਸਾਹਿਬ ਵਾਲੇ ਉਹਨਾਂ ਦੀ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਦੀ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ। ਸੱਜੇ ਦੀਵਾਨਾਂ ਵਿੱਚ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਬਾਣੀ ਪੜ੍ਹਦਿਆਂ ਬੱਚਿਆਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ੰਦ ਪਿਤਾ ਹੋ ਬਖਸ਼ ਲੈਣਾ। ਅੱਗੋਂ ਵਾਸਤੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਕੀਰਤਨ ਕਰਨ ਦੀ ਦਾਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਦਾਰਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤੁਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ। ਕਦਮ ਕਦਮ ਸਵਾਸ ਲੇਖੇ ਲਾਉਣੇ। ਇਹਨਾਂ ਹੋਈਆਂ ਵਿਚਾਰਾਂ ਦਾ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਸੋਣਾ। ਕਾਮ ਕ੍ਰੋਧ ਲੋਭ ਹੰਕਾਰ ਚੁਗਲੀ ਨਿੰਦਾ ਕੁਸੰਗਤ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣੀ। ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਣੀਆਂ। ਬਾਣੀ ਪੜ੍ਹਨ ਦੇ ਬਲ ਬਖਸ਼ਣੇ। ਸਰਬੱਤ ਦੀਆਂ ਭਾਵਨਾ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਚੜ੍ਹਦੀਆਂ ਕਲਾ ਬਖਸ਼ਣੀਆਂ। ਸੰਗਤਾਂ ਵੱਲੋਂ ਆਪ ਜੀ ਤੇ ਪੰਚਮ ਕੜਾਹ ਪ੍ਰਸ਼ਾਦ ਦੇਗ ਹਾਜ਼ਰ। ਕਿਰਪਾ ਕਰਕੇ ਆਪ ਜੀ ਭੋਗ ਲਾਓ। ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਸਵਾਈ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਇਸ ਵੇਲੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰੋ। ਉਸ ਤੋਂ ਉਪਰੰਤ ਸੁਖ ਆਸਣ ਸੇਵਾ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੇ ਰਹੇ ਨਾ। ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚਾੜੇ ਸੋਤਰੇ। ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰਣ। ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰਣ। ਬੋਲੇ ਸੋ ਨਿਹਾਲ ਸਤਿ
ਵਾਹਿਗੁਰੂ ਜੀ ਕਾ ਖਾਲਸਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਆਪਣਾ ਹੋਇਓ ਗੁਰ ਮਿਹਰਵਾਨਾ, ਆਨੰਦ ਸੁਖ ਕਲਿਆਣ ਮੰਗਲ ਸਿਉ। ਘਰ ਆਏ ਕਰ ਇਸ਼ਨਾਨਾ ਰਹਾਓ। ਸਾਚੀ ਗੁਰ ਵਡਿਆਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਸਿਰ ਸ਼ਾਹ ਪਾਤਸ਼ਾਹ, ਗੁਰ ਭੇਟਤ ਮਨ ਉਮਾਹਾ। ਸਗਲ ਪਰਾਚਤ ਲਾਥੇ, ਮਿਲ ਸਾਧ ਸੰਗਤ ਕੈ ਸਾਥੇ। ਗੁਣ ਨਿਧਾਨ ਹਰ ਨਾਮਾ, ਜਪ ਪੂਰਨ ਹੋਏ ਕਾਮਾ। ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਸ਼ਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰੇ ਸਾਥੇ, ਜਨਮ ਮਰਨ ਪੈ ਲਾਥੇ। ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਸ਼ਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰੇ ਸਾਥੇ, ਜਨਮ ਮਰਨ ਪੈ ਲਾਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।